ਇਹ 14ਵਾਂ ਸ਼ਲੋਕ ਸਤਿਗੁਰਾਂ ਜੀ ਨੇ ਆਪਣੇ ਮੁਖ ਤੋਂ ਬਖਸ਼ਿਸ਼ ਕੀਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਦੋਂ ਕਰਤਾਰਪੁਰ ਸਾਹਿਬ ਦੇ ਅੰਦਰ ਮਹਾਰਾਜ ਜੀ ਬਿਰਾਜਦੇ ਸੀਗੇ, ਇੱਥੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ। ਹਜ਼ੂਰ ਫਰਮਾਉਂਦੇ ਹਨ, ਸ਼ਲੋਕ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਲੋਕ ਉਚਾਰਨ ਕਰਦੇ ਆ। ਹਜ਼ੂਰ ਸਿਮਲ ਰੁਖ ਸਰਾਇਰਾ। ਸਾਧ ਸੰਗਤ ਜੀ, ਇੱਥੇ ਇੱਕ ਬਹੁਤ ਪਖੰਡੀ ਸੀਗਾ ਜੋ ਗੁਰੂ ਬਣਿਆ ਹੋਇਆ ਸੀਗਾ ਤੇ ਬਹੁਤ ਸਾਰਾ ਉਹਦਾ ਪ੍ਰਤਾਪ ਸੀ, ਪਦਾਰਥ ਵੀ ਬੜੇ ਤੇ ਲੋਕ ਬਹੁਤੇ ਜਾਂਦੇ ਸੀ ਉਹਦੇ ਕੋਲ। ਤੇ ਸਿੱਖਾਂ ਨੇ ਉਹਦਾ ਪ੍ਰਤਾਪ ਵੇਖ ਕੇ, ਬਹੁਤਾ ਭਾਰੀ ਲੋਕਾਂ ਦਾ ਇਕੱਠ ਵੇਖ ਕੇ ਸਿੱਖਾਂ ਨੇ ਵੀ ਇੱਛਾ ਕੀਤੀ ਕਿ ਵੇਖੀਏ ਕਿਹੋ ਜਿਹਾ ਉਪਦੇਸ਼ ਦਿੰਦੇ ਆ। ਤੇ ਮਹਾਰਾਜ ਜੀ ਦੀ ਸੰਗਤ ਵਿੱਚੋਂ ਕੁਝ ਸਿੱਖ ਚਲੇ ਗਏ। ਜਦੋਂ ਗਏ ਤਾਂ ਜਾ ਕਰਕੇ ਕੀ ਵੇਖਿਆ, ਨਾ ਕੋਈ ਗਿਆਨ ਦਾ ਬਚਨ ਹੈ, ਨਾ ਕੋਈ ਧਿਆਨ ਜੋੜਨ ਦੀ ਗੱਲ ਹੈ, ਸਭ ਕੁਝ ਦਿਖਾਵਾ ਹੀ ਹੈ। ਬਚਨਾਂ ਵਿੱਚ ਵੀ ਬੇਰਸੀ ਹੈ, ਗਿਆਨ ਵੀ ਕਮਾਇਆ ਹੋਇਆ ਨਹੀਂ। ਇਸ ਤਰ੍ਹਾਂ ਸਿੱਖ ਜਦੋਂ ਆਏ ਮਹਾਰਾਜ ਜੀ ਦੇ ਕੋਲ, ਫਿਰ ਆ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਐਸਾ ਇਹ ਪੁਰਖ ਹੈ, ਬੜਾ ਪਖੰਡ ਹੈ ਮਹਾਰਾਜ ਬਾਹਰੋਂ ਬਣਾਇਆ ਹੋਇਆ, ਲੋਕ ਬੜੇ ਮਹਾਰਾਜ ਜੀ ਇਕੱਠੇ ਹੋ ਕੇ ਆਉਂਦੇ ਐ, ਪਦਾਰਥ ਬੜੇ ਐ, ਬੜਾ ਪ੍ਰਤਾਪ ਜ਼ਿਆਦਾ ਹੈ। ਪਰ ਮਹਾਰਾਜ ਜਦੋਂ ਅਸੀਂ ਉਹਦੀਆਂ ਗੱਲਾਂ ਸੁਣੀਆਂ ਤਾਂ ਬਿਲਕੁਲ ਫੋਕੀਆਂ ਹੀ ਸੀਗੀਆਂ। ਕੋਈ ਉਹਨੂੰ, ਕਿਉਂਕਿ ਜਿਨ ਸੇਬ ਖਾਧਾ ਹੋਵੇ ਉਹਨੂੰ ਬੇਰ ਦਾ ਪਤਾ ਲੱਗ ਹੀ ਜਾਂਦਾ। ਜੇ ਕੋਈ ਬੇਰ ਵਿਖਾ ਕੇ ਕਹੇ ਨਾ ਕਿ ਇਹ ਸੇਬ ਹੈ, ਉਹ ਕਹੇਗਾ ਨਹੀਂ ਨਹੀਂ ਇਹ ਨਹੀਂ ਸੇਬ, ਇਹ ਤਾਂ ਬੇਰ ਹੈ। ਇਹ ਦ੍ਰਿਸ਼ਟਾਂਤ ਹੁੰਦੇ ਆ। ਜੇ ਕੋਈ ਰੱਬ ਦੇ ਪਿਆਰਿਆਂ ਨੂੰ, ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਪਖੰਡ ਦਿਖਾ ਕਰਕੇ ਫੋਕੀਆਂ ਗੱਲਾਂ ਵਿੱਚ ਉਲਝਾਉਣਾ ਚਾਹੇਗਾ, ਕਹੇਗਾ ਇਹਦੇ ਵਿੱਚ ਬ੍ਰਹਮਾਨੰਦ ਹੈ, ਸਿੱਖ ਕਹਿੰਦੇ ਨਹੀਂ, ਇਹਦੇ ਚ ਬ੍ਰਹਮਾਨੰਦ ਨਹੀਂ ਹੈ। ਆਤਮਿਕ ਆਨੰਦ, ਬ੍ਰਹਮਾਨੰਦ ਤਾਂ ਤੁਰ ਕੀ ਬਾਣੀ ਵਿੱਚ ਹੈ, ਵਾਹਿਗੁਰੂ ਦੇ ਨਾਮ ਵਿੱਚ ਹੈ ਕੇਵਲ। ਇਹ ਸਿੱਖਾਂ ਜਦੋਂ ਆਖਿਆ ਮਹਾਰਾਜ ਉਹਦਾ ਪ੍ਰਤਾਪ ਬੜਾ ਹੈ, ਲੋਕ ਬੜੇ ਆਉਂਦੇ ਆ, ਇਹ ਮਹਾਰਾਜ ਕੀ ਕਾਰਨ ਹੈ? ਸਤਿਗੁਰੂ ਜੀ ਤੇ ਸਮੇਂ ਸਿੱਖਾਂ ਦੀ ਇਹ ਬੇਨਤੀ ਸੁਣ ਕੇ ਹਜ਼ੂਰ ਕਹਿੰਦੇ ਹਨ, ਸਿਮਲ ਰੁਖ ਸਰਾਇਰਾ। ਸਿੰਬਲ ਦੇ ਰੁੱਖ ਦਾ ਮਹਾਰਾਜ ਜੀ ਨੇ ਇੱਥੇ ਫਿਰ ਪ੍ਰਮਾਣ ਦਿੱਤਾ। ਮਹਾਰਾਜ ਜੀ ਕਹਿੰਦੇ ਸਿੰਬਲ ਰੁੱਖ, ਸਿੰਬਲ ਰੁੱਖ ਸਰਾਇਰਾ। ਸਿੰਬਲ ਨਾਮ ਹੀ ਕਹਿੰਦੇ ਇੱਥੇ ਮਹਾਰਾਜ ਜੀ ਨੇ ਸਿੰਬਲ ਮੰਮੇ ਨਾਲ ਉਚਾਰਨ ਕੀਤਾ ਸਤਿਗੁਰਾਂ ਜੀ ਨੇ। ਮਹਾਰਾਜ ਜੀ ਕਹਿੰਦੇ ਜਿਹੜਾ ਸਿੰਬਲ ਦਾ ਰੁੱਖ ਹੁੰਦਾ ਹੈ ਉਹ ਸਰਾਇਰਾ ਬੜਾ ਹੀ ਸਿੱਧਾ ਹੁੰਦਾ ਏ। ਅਤ ਦੀਰਘ ਅਤ ਮੁੱਚ। ਅਤਸ਼ੈ ਕਰਕੇ ਬੜਾ ਹੀ ਦੀਰਘ ਲੰਬਾ ਹੁੰਦਾ ਹੈ ਤੇ ਫਿਰ ਅਤਸ਼ੈ ਕਰਕੇ ਬੜਾ ਹੀ ਮੁੱਚ ਵਿਸਥਾਰ ਵਾਲਾ ਹੁੰਦਾ ਹੈ। ਓਏ ਜੇ ਆਵਹਿ ਆਸ ਕਰ। ਓਏ ਜਿਹੜੇ ਪੰਛੀ ਹਨ ਨਾ, ਤੋਤੇ ਆਦਿਕ, ਉਹ ਆਸ ਕਰਕੇ ਆਉਂਦੇ ਹਨ। ਕੀ ਆਸ ਕਰਕੇ ਆਉਂਦੇ ਆ? ਕਿ ਫਲ ਖਾਵਾਂਗੇ। ਮਹਾਰਾਜ ਜੀ ਨੇ ਕਿਹਾ ਨਾ ਕਿ ਸਿੰਬਲ ਦੇਖ ਸੂਆ ਬਿਗਸਾਨਾ, ਅੰਤ ਕੀ ਬਾਰ ਮੂਆ ਲਪਟਾਨਾ। ਜਿਹੜਾ ਸਿੰਬਲ ਦਾ ਰੁੱਖ ਹੁੰਦਾ ਨਾ, ਇੰਨੇ ਉੱਚੇ ਲੰਬੇ ਕੱਦ ਵਾਲਾ, ਵਿਸਥਾਰ ਵਾਲਾ, ਤੇ ਉਹਦਾ ਜਿਹੜਾ ਫਲ ਹੁੰਦਾ ਨਾ ਉਹ ਵੀ ਬਾਹਰੋਂ ਬੜਾ ਹੀ ਸੋਹਣਾ ਲੱਗਦਾ ਵੇਖਣ ਨੂੰ, ਤਾਂ ਕਰਕੇ ਇਹਦੇ ਤੋਤਾ ਭਰਮ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਸਿੰਬਲ ਦੇਖ ਸੂਆ ਬਿਗਸਾਨਾ, ਉਹਦਾ ਫਲ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਪਰ ਅੰਤ ਕੀ ਬਾਰ ਮੂਆ ਲਪਟਾਨਾ, ਜਦੋਂ ਚੁੰਝ ਮਾਰਦਾ ਨਾ ਉਹਦੇ ਵਿੱਚ, ਬਾਹਰੋਂ ਪੋਲਾ ਹੋਣ ਕਰਕੇ ਉਹਦੀ ਚੁੰਝ ਵਿੱਚ ਚਲੀ ਜਾਂਦੀ ਹੈ, ਪਰ ਚੀੜਾ ਹੁੰਦਾ ਹੈ ਉਹ ਫਲ। ਤੇ ਜਦੋਂ ਚੁੰਝ ਉਹਦੀ ਮੁੜੀ ਹੁੰਦੀ ਹੈ ਤੋਤੇ ਦੀ ਅੱਗੋਂ, ਜਦੋਂ ਖਿੱਚਦਾ ਬਾਹਰ ਨਹੀਂ ਆਉਂਦੀ, ਤੇ ਉਥੋਂ ਕੀ ਪ੍ਰਾਪਤ ਹੋਣਾ ਸੀ? ਫਿਰ ਉੱਥੇ ਹੀ ਤੜਫ ਤੜਫ ਕੇ ਫੜਾਉਂਦਾ ਹੋਇਆ ਸੁੱਕ ਸੜ ਜਾਂਦਾ, ਮਰ ਜਾਂਦਾ, ਉੱਥੇ ਹੀ ਚੁੰਝ ਨਹੀਂ ਨਿਕਲਦੀ ਉਥੋਂ।
ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ। ਓਏ ਜੇ ਆਵਹਿ ਆਸ ਕਰ। ਓਏ ਜਿਹੜੇ ਪੰਛੀ ਹਨ ਨਾ ਆਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਫਲ ਖਾਵਾਂਗੇ, ਇਹ ਫਲ ਖਾਣ ਦੀ ਆਸ ਕਰਕੇ ਕਿ ਚਲੋ ਛਾਂ ਹੀ ਮਾਣਾਂਗੇ ਨਾਲੇ, ਤੇ ਪੰਛੀ ਜਿਹੜੇ ਆਸ ਕਰਕੇ ਆਉਂਦੇ ਆ। ਜਾਹੇ ਨਿਰਾਸੇ ਕਿਤ। ਪਰ ਮਹਾਰਾਜ ਕਹਿੰਦੇ ਕਿੰਨੇ ਪੰਛੀ ਆ ਜਾਣ ਸਾਰੇ ਨਿਰਾਸ਼ ਹੀ ਜਾਂਦੇ ਆ। ਮਹਾਰਾਜ ਉਹ ਕਿਉਂ ਨਿਰਾਸ਼ ਜਾਂਦੇ ਆ? ਹਜੂਰ ਦੱਸਦੇ ਹਨ ਫਲ ਫਿੱਕੇ ਫੁੱਲ ਬਕ ਬਕੇ। ਕਿਉਂਕਿ ਉਹਦਾ ਜਿਹੜਾ ਫਲ ਹੈ ਨਾ ਉਹ ਫਿੱਕਾ ਹੈ, ਬਾਹਲਾ ਜ਼ਿਆਦਾ ਚੀੜਾ ਹੁੰਦਾ ਹੈ ਤੇ ਉਹਦੇ ਵਿੱਚ ਰਸ ਕੋਈ ਨਹੀਂ ਹੁੰਦਾ, ਫਿੱਕਾ ਹੁੰਦਾ ਹੈ ਸਿੰਬਲ ਦਾ ਫਲ। ਤੇ ਫੁੱਲ ਜਿਹੜੇ ਉਹਦੇ ਉਹ ਬਕ-ਬਕੇ ਹੁੰਦੇ ਆ, ਬੇਸਵਾਦਲੇ ਹੁੰਦੇ ਆ। ਕੰਮ ਨ ਆਵਹਿ ਪਤ। ਤੇ ਉਹਦੇ ਜਿਹੜੇ ਪੱਤੇ ਆ ਉਹ ਵੀ ਕਿਸੇ ਕੰਮ ਨਹੀਂ ਆਉਂਦੇ, ਛਾਂ ਥੋੜੋ ਦੇ ਸਕਦੇ ਆ ਪੰਛੀਆਂ ਨੂੰ। ਮਹਾਰਾਜ ਕਹਿੰਦੇ ਭਾਈ ਉਹਦੇ ਪੱਤਰੇ ਵੀ ਕਿਸੇ ਕੰਮ ਨਹੀਂ ਆਉਂਦੇ ਹਨ। ਮੀਠਤ ਨੀਵੀ ਨਾਨਕਾ। ਤੇ ਵੇਖ ਲਓ ਮਹਾਰਾਜ ਕਹਿੰਦੇ ਬੇਰੀ ਜਿਹੜੀ ਆ ਨਾ ਉਹ ਨੀਵੀਂ ਛੋਟੀ ਹੁੰਦੀ ਹੈ, ਪਰ ਮਿੱਠੇ ਬੇਰ ਮਹਾਰਾਜ ਕਹਿੰਦੇ ਭਾਈ ਦਿੰਦੀ ਆ। ਗੁਣ ਚੰਗਿਆਈਆ ਤਤ। ਇਹ ਮਹਾਰਾਜ ਕਹਿੰਦੇ ਭਾਈ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਤਤ ਸਿਧਾਂਤ ਹੈ ਕਿ ਬੇਰੀ ਵੇਖ ਲਓ ਚਾਹੇ ਨਿੱਕੀ ਹੈ ਪਰ ਫਿਰ ਵੀ ਮਿੱਠਾ ਫਲ ਜਿਹੜਾ ਹੈ ਉਹ ਦਿੰਦੀ ਹੈ। ਇਹ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ। ਤੋ ਦਾ ਦ੍ਰਿਸ਼ਟਾਂਤ ਹੁਣ ਸੁਣੋ, ਫਿਰ ਆਰੰਭ ਤੋਂ ਪੜੋ। ਸਿੰਬਲ ਰੁੱਖ ਸਰਾਏ ਰਾ। ਸਿੰਬਲ ਦੀ ਰੁੱਖ ਦੀ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜੇ ਭਾਈ ਪਖੰਡੀ ਹੁੰਦੇ ਆ ਨਾ, ਇਹ ਸਰਾਇਰਾ ਬੜੇ ਹੰਕਾਰ ਨਾਲ ਸਿੱਧੇ ਹੀ ਹੋਏ ਰਹਿੰਦੇ ਆ, ਨਹੀਂ ਕਿਸੇ ਨੂੰ ਨਿਆਉਂਦੇ। ਮਹਾਰਾਜ ਅੱਗੇ ਦੱਸਣਗੇ ਇਹਨਾਂ ਦੀ ਹੋਰ ਹਾਲਤ। ਇਹ ਧੌਣ ਇਹਨਾਂ ਦੀ ਸਰਾਇਰਾ ਸਿੱਧੀ ਆਕੜੀ ਰਹਿੰਦੀ ਹੈ, ਬਾਹਰੋਂ ਬਾਹਲਾ ਜ਼ਿਆਦਾ ਜਿਹੜਾ ਹੈ ਉਹ ਦਿਖਾਵਾ ਕਰਦੇ ਆ। ਜਿਵੇਂ ਸਿੰਬਲ ਦਾ ਰੁੱਖ ਬਾਹਰੋਂ ਬਹੁਤਾ ਮਹਾਰਾਜ ਜੀ ਕਹਿੰਦੇ ਵੇਖਣ ਨੂੰ ਸੋਹਣਾ ਲੱਗਦਾ ਹੈ, ਸਰਾਇਰਾ ਸਿੱਧਾ ਹੁੰਦਾ ਹੈ, ਇਵੇਂ ਹੀ ਇਹ ਸਿੱਧੇ ਹੋਏ ਰਹਿੰਦੇ ਆਪੋ। ਜਦੋਂ ਕੋਈ ਬਾਹਰੋਂ ਮਿਲਣ ਆਉਣਾ ਹੋਵੇ ਨਾ ਕਿਸੇ ਨੇ, ਕਿ ਆਪਣੇ ਆਸਣਾਂ ਤੇ ਜਾ ਕੇ ਸਜਦੇ ਆ ਵੀ ਬਾਹਰੋਂ ਆਇਆ ਜਗਿਆਸੂ ਆ ਕੇ ਸਾਨੂੰ ਪਹਿਲਾਂ ਮੱਥਾ ਟੇਕੇ। ਆਪਣੇ ਆਸਣ ਤੇ ਜਾ ਕਰਕੇ ਬਹਿ ਜਾਂਦੇ ਆ। ਸਤਪੁਰਸ਼ ਜਿਹੜੇ ਅੰਦਰੋਂ ਵਾਹਿਗੁਰੂ ਦੀ ਭਾਵ ਭਗਤੀ ਨਾਲ ਜੁੜੇ ਹੁੰਦੇ ਆ, ਉਹ ਕਿਸੇ ਕੋਲ ਮੱਥਾ ਟਿਕਾਉਣ ਦੀ ਇੱਛਾ ਨਹੀਂ ਰੱਖਦੇ ਹਨ। ਸਤਿਗੁਰੂ ਜੀ ਕਹਿੰਦੇ ਭਾਈ ਇਹ ਸਰਾਇਰਾ ਸਿੱਧੇ ਹੀ ਹੋਏ ਰਹਿੰਦੇ ਆ, ਧੌਣਾ ਆਕੜੀਆਂ ਹੀ ਰਹਿੰਦੀਆਂ ਹਨ। ਜਿਹੜੇ ਪਖੰਡੀ ਹੁੰਦੇ ਆ ਦਿਖਾਵਾ ਕਰਦੇ ਆ। ਅਤ ਦੀਰਘ ਅਤ ਮੁੱਚ। ਅਤ ਦੀਰਘ ਬਹੁਤਾ ਜ਼ਿਆਦਾ ਪ੍ਰਤਾਪ ਹੁੰਦਾ ਵੇਖਣ ਨੂੰ। ਸਵਾਂਗ ਦੇਖਤ ਪੂਜਤ ਹੈ ਰਾਜਾ, ਜੀਵਤ ਚਲਤ ਜਗਤ ਕੇ ਕਾਜਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਲਿਖਿਆ ਵੀ ਜਿਉਂਦਿਆਂ ਜੀ ਜਗਤ ਦੇ ਕੰਮ ਬੜੇ ਉਹਨਾਂ ਦੇ ਚੱਲਦੇ, ਇੱਕ ਕਹਿਣ ਨਾਲ ਹੀ ਝੱਟ ਹੀ ਕੰਮ ਹੋਈ ਚਲੇ ਜਾਂਦੇ ਆ। ਪਖੰਡ ਵੇਖ ਕੇ ਰਾਜੇ ਵੀ ਪੂਜਦੇ। ਅਤ ਦੀਰਘ ਬੜਾ ਜ਼ਿਆਦਾ ਦੀਰਘ ਪ੍ਰਤਾਪ ਹੁੰਦਾ ਹੈ। ਤੇ ਅਤ ਮੁੱਚ ਬਹੁਤੇ ਜ਼ਿਆਦੇ ਪਦਾਰਥਾਂ ਦਾ ਵਿਸਥਾਰ ਹੁੰਦਾ, ਪਤਾ ਹੀ ਨਹੀਂ ਗੱਡੀਆਂ ਬਾਬਾ ਜੀ ਨੂੰ ਕਿੰਨੀਆਂ ਕਿ ਸਾਡੇ ਕੋਲ, ਤੇ ਕਿੰਨੇ ਕੁ ਚੇਲੇ ਨਾਲ ਤੁਰੇ ਫਿਰਦੇ ਆ। ਬਹੁਤ ਜ਼ਿਆਦਾ ਮੁੱਚ ਬਾਹਲਾ ਹੀ ਪਦਾਰਥਾਂ ਦਾ ਸਮੁਦਾਇ ਹੈ, ਵਿਸਥਾਰ ਹੈ ਬੜਾ ਜ਼ਿਆਦਾ। ਓਏ ਜੇ ਆਵਹਿ ਆਸ ਕਰ। ਓਏ ਜਿਹੜੇ ਜਗਿਆਸੂ ਹਨ ਸੱਚੇ ਦਿਲੋਂ ਆਸ ਕਰਕੇ ਆ ਜਾਂਦੇ ਆ ਨਾ, ਬਾਹਰੋਂ ਪ੍ਰਤਾਪ ਵੇਖ ਕਰਕੇ ਵੀ ਬੱਲੇ ਬੱਲੇ ਬੜਾ ਪ੍ਰਤਾਪ ਹੈ, ਬੜਾ ਜ਼ਿਆਦਾ ਰੇਸ਼ਮੀ ਚੋਲਾ ਤੇ ਲਿਸ਼ਕਦਾ ਹੈ, ਕਢਾਈ ਕੀਤੀ ਹੈ ਬੜੀ ਜ਼ਿਆਦੀ, ਬੜਾ ਹੀ ਪ੍ਰਤਾਪ ਹੈ। ਇਹ ਮਹਾਰਾਜ ਕਹਿੰਦੇ ਓਏ ਜੇ ਆਵਹਿ ਆਸ ਕਰ। ਜਿਹੜੇ ਫਿਰ ਜਗਿਆਸੂ ਜਿਹੜੇ ਹਨ ਨਾ, ਉਹ ਆਸ਼ਾ ਕਰਕੇ ਮਨ ਦੇ ਅੰਦਰ ਕਿ ਚਲੋ ਮੁਕਤ ਦਾ ਫਲ ਖਾਵਾਂਗੇ ਤੇ ਰਸ ਆਵੇਗਾ, ਜ਼ਿੰਦਗੀ ਦਾ ਸੁੱਖ ਭੋਗਾਂਗੇ। ਇਸ ਤਰ੍ਹਾਂ ਆਤਮਿਕ ਆਨੰਦ ਦੇ ਰਸ ਦੀ ਫਲ ਕਰਕੇ ਆਸ਼ਾ ਕਰਕੇ ਜਿਹੜੇ ਜਗਿਆਸੂ ਹਨ ਉਹ ਆਉਂਦੇ ਆ। ਜਾਹੇ ਨਿਰਾਸੇ ਕਿਤ। ਮਹਾਰਾਜ ਕਹਿੰਦੇ ਕਿਤ ਕਿੰਨੇ ਹੀ ਆ ਜਾਣ ਭਾਵੇਂ ਜਗਿਆਸੂ, ਸਾਰੇ ਨਿਰਾਸ਼ੇ ਹੀ ਜਾਣਗੇ, ਕਿਉਂਕਿ ਜਿਹੜੀ ਚੀਜ਼ ਕਰਕੇ ਆਏ ਆ ਉੱਥੇ ਹੈ ਹੀ ਨਹੀਂ। ਮਹਾਰਾਜ ਜੀ ਨੇ ਕਿਹਾ ਕਿ ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਵੇ। ਉਹਦਾ ਨਫਰ ਨੌਕਰ ਕਿੱਥੋਂ ਰੱਜ ਕੇ ਖਾ ਲਊਗਾ ਜਦੋਂ ਸਾਹਿਬ ਹੀ ਨੰਗਾ ਭੁੱਖਾ ਹੈ। ਭਾਵ ਉਹਦੇ ਘਰ ਆਤਮਿਕ ਆਨੰਦ ਦੀ ਵਸਤੂ ਹਿਰਦੇ 'ਚ ਆਪਣੇ ਕੋਲ ਹੈ ਨਹੀਂ, ਦੂਜੇ ਨੂੰ ਕਿਵੇਂ ਦੇ ਸਕਦਾ ਹੈ।
नहीं दे सकदा ना। महाराज जी कहंदे इस करके जाहे निराशे कित, कित किन्ने ही आ जाण जगियासू इच्छा लैके कि भी आत्मक आनंद प्राप्त होगा, ब्रह्म ज्ञान प्राप्त करांगे, आत्मा की शांति मिलेगी। महाराज कहंदे भाई सब निराश हो करके ही दुखी हो करके जाते हैं। जिवें साध संगत जी ब्रह्मा जी दे अवतार भिखा भट्ट जी ने जदों गुरु अर्जन देव सच्चे पातशाह दा दर्शन कीता सी ना, महाराज दा दर्शन वेख के ठंड पै गई सी भिखा जी नूं ते महाराज जी दे सामने आख्या सी सतगुरु जी बरस एक हो फिरियो किनो हो न परचो लायो, कहते आ कहती सुनी रहत को खुशी ना आयो। महाराज गल्लां करन वाले ही सुने, रहनी वेख के मन नहीं खुश होया। बड़िया थावां ते असीं फिरे, देवतियां दा एक बरस 12.5 साल दा हुंदा है, इस करके उथे बरस शब्द वरत्या, आप 12 साल भटके हो। कहंदे महाराज एक थां ते नहीं बहुत थावां ते गए, रहियो साध हो टोल, रहियो संत हो टोल, साध बहु तेरे डिठे, सन्यासी तपसीए मुखों ए पंडित मिठे। मुखों मिठियां मिठियां गल्लां करदे सीगे। महाराज असी संत टोलदे सी, पूरा गुरु लभदे सा, पर महाराज सानू कितों भी शांति नहीं आई। आप जी दे दर्शन वेख के मन ठंडा पै गया। सच्चे पातशाह ये भिखा जी ने कहा सी जदों पूरे गुरु जी दे चरनां दी शरण विच आए। साध संगत जी जिहड़ा अधूरा हुंदा ना, कबीर साहब जी ने कहा है कि बासन कारो परसियत तो कुछ लागा दाग, कि किसे अधूरे कोल जा करके बवोगे, काला बर्तन जे परस लिया ना तो फिर कुछ दाग तो जरूर ही लगूगा। इस करके कदे भी किसी पखंडी दे ढाहे नहीं चढ़ना चाहिदा, सिख हो करके खास करके, क्योंकि सतगुरां जी ने सिखां नूं एडा बड़मुला ज्ञान बख्शिश कीता है। तुर की बाणी नाल जिहड़ा सिख नहीं जुड़दा वो फिर साध संगत जी पखंडियां दे ढाहे चढ़ जांदा है। तो सतगुरु गरीब नवाज साहब जी फरमाउंदे ओए जे आवहे आस कर, वो आउंदे आ बहुत ज्यादा आशा करके मन दे अंदर जगियासू कि चलिए मुक्त फल खावांगे, जाहे निराशे कित, ते महाराज कहंदे किन्ने आ जाण सब निराश ही जांदे, मुक्ति आप नहीं पखंडी कोल ते दऊ किसे नूं की। इस करके निराशा ही महाराज कहंदे भाई मुड़ जांदे आ। फल फिक्के फुल बक बके, फल की हुंदे आ साध संगत जी, पखंडी दे कोल जिहड़ा ज्ञान फल हुंदा है, जिहड़ा ना ज्ञान फल, ज्ञान नूं फल दी न्याई मनदे आ, ते उन्हां दा ज्ञान फल तां फिक्का ही हुंदा है, क्योंकि आप नहीं कमाया हुंदा ना। 4 किताबां पढ़ के ही जान लिया हुंदा कि की है ते की नहीं है, यही जानिया है बस, पर ज्ञान कमाया नहीं है। इस करके वो जो ज्ञान दियां गल्लां करदे है ना वो फिक्कियां ही है, क्योंकि उन्हां विच रस नहीं है। इस करके महाराज कहंदे फल फिक्के, ज्ञान रूपी फल भी उन्हां दा फिक्का ही है जदों आप नहीं कमाया, ते फुल बक बके। उतों जिहड़ा धर्म दा बाणा पाया होया है वो भी बेसवादला जिहा ही है, पखंड ही है। जिवें सज्जन ठग सीगा, वो ਜਿਹੜੀ बाहर उन्हें बैठण नूं जगह बनाई सी ना, ਉਹਦੇ ਉੱਤੇ बैठ करके ਵੱਡੀ सारी माला फेरदा हुंदा सी। एक बन्ने उन्हें मसीत बनाई सी, एक बन्ने मंदिर बनाया सी, ये सारे ही उन्हें धार्मिक स्थान बनाए हुए सी। जदों गुरु बाबा जी गए ना ते महाराज ने फिर कहा सी सज्जन नूं अमृत वेले जदों शब्द लाया, उजल कहां चिलकना घोटम कालड़ी मस, झूठ तोतियां झूठ ना उतरे जे सो धौवां तिस। ये महाराज जदों शब्द गाया ते सज्जन दे अंदरली हालत कढ़ के बाहर रखती। महाराज जी ने दे तह खानियां विचों 100 खोपड़ियां कढ़ाइयां। इन्ने ज्यादा कतल कीते सी, एडा वड्डा पापी सीगा ते उतों संत बनया होया सीगा। ये तां गुरु नानक साहब सच्चे पातशाह जी महाराज गरीब नवाज ने फिर इसदा जिहड़ा सी ना पखंड जाहर करके हजूर ने इस नूं सीधे राह पाया सी। महाराज जी दे चरनी लग्या सी तां इहनूं कल्याण मिली सीगी। तो हजूर कहिंदे हन
ਫਲ ਫਿੱਕੇ ਫੁੱਲ ਬੱਕ ਬੱਕੇ। ਉਹਨਾਂ ਦਾ ਗਿਆਨ ਰੂਪੀ ਫਲ ਵੀ ਫਿੱਕਾ ਹੀ ਹੁੰਦਾ, ਜਿਹਦੇ ਵਿੱਚੋਂ ਆਤਮਿਕ ਆਨੰਦ ਦਾ ਰਸ ਨਹੀਂ ਆਉਂਦਾ। ਸਾਧ ਸੰਗਤ ਜੀ, ਫਿਰ ਧਰਮ ਦੇ ਜਿਹੜੇ ਬੋਲ ਬੋਲਦੇ ਆ ਜਾਂ ਧਰਮ ਦਾ ਜਿਹੜਾ ਪਹਿਰਾਵਾ ਉਹਨਾਂ ਨੇ ਪਹਿਰਿਆ ਹੋਇਆ ਹੈ, ਇਹ ਫੁੱਲਾਂ ਦੀ ਨਿਆਈ ਜਿਹੜਾ ਨਾ ਬੱਕ ਬੱਕ ਆਈ ਹੈ, ਸਿੰਬਲ ਦੇ ਫੁੱਲਾਂ ਦੀ ਨਿਆਈ ਬੇਰਸੇ ਹੀ ਹੈ। ਉਹਨਾਂ ਦੇ ਪਾਏ ਹੋਏ ਬਾਹਰੋਂ ਲਿਬਾਸ ਵੀ ਕੋਈ, ਕਿਉਂਕਿ ਰੇਸ਼ਮ ਦੇ ਕੱਪੜੇ ਪਾ ਪਾ ਕਰਕੇ ਬਾਹਰੋਂ ਲਿਬਾਸ ਬਣਾ ਕਰਕੇ ਤੇ ਨਹੀਂ ਨਾ ਵਾਹਿਗੁਰੂ ਨੂੰ ਪਾਇਆ ਜਾ ਸਕਦਾ। ਇਹ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦਾ ਬਾਹਰੀ ਬਣਾਇਆ ਹੋਇਆ ਧਰਮ ਦਾ ਭੇਖ ਵੀ ਜਿਹੜਾ ਫੁੱਲਾਂ ਦੀ ਤਰ੍ਹਾਂ ਬੇਸਵਾਦਲਾ ਹੀ ਹੈ। ਕੰਮ ਨ ਆਵਹਿ ਪਤ। ਤੇ ਜਿਹੜੀ ਉਹਨਾਂ ਦੀ ਪਤ ਪ੍ਰਤਿਸ਼ਠਾ ਨਾ, ਬਾਹਲੇ ਜਿਆਦੇ ਚੇਲੇ ਬਣਾਏ ਹੋਏ ਆ। ਕਬੀਰ ਸਾਹਿਬ ਜੀ ਨੇ ਕਿਹਾ ਹੈ ਕਿ ਕਬੀਰ ਕਿਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ ਵਿਚੇ ਅਟਕਿਓ ਚੀਤ। ਸਿੱਖ ਸਾਖਾ ਬਹੁਤੇ ਕੀਏ, ਕਿਸੋ ਕੀਓ ਨਾ ਮੀਤ, ਵੀ ਤੂੰ ਸਿੱਖ ਭਾਲੇ ਬਣਾ ਲੇ ਤੇ ਸਾਖਾ ਸਖੇ ਵੀ ਮਿੱਤਰ ਵੀ ਬੜੇ ਬਣਾਏ। ਆਲਾ ਦੁਆਲਾ ਝੁਰਮਟ ਪਿਆ ਹੀ ਰਹਿੰਦਾ, ਜਿੱਧਰ ਨੂੰ ਬਾਬਾ ਜੀ ਜਾਂਦੇ ਹਜੂਮ ਹੀ ਇਕੱਠਾ, ਲੋਕ ਵੇਖਣ ਲੱਗ ਜਾਂਦੇ ਵੀ ਕੌਣ ਜਾ ਰਿਹਾ ਕੌਣ ਜਾ ਰਿਹਾ। ਇਹ ਸਿੱਖ ਸਾਖਾ ਬਹੁਤੇ ਕੀਏ, ਇਹ ਤਾਂ ਬਹੁਤੇ ਕਰ ਲੈ ਤੂੰ, ਪਰ ਕਿਸੋ ਕੀਓ ਨਾ ਮੀਤ, ਵਾਹਿਗੁਰੂ ਨੂੰ ਤੂੰ ਮਿੱਤਰ ਨਹੀਂ ਬਣਾਇਆ ਹੈ। ਚਾਲੇ ਥੇ ਹਰ ਮਿਲਣ ਕੋ, ਘਰੋਂ ਤਾਂ ਚੱਲਿਆ ਸੀ ਹਰੀ ਨੂੰ ਮਿਲਣ ਵਾਸਤੇ, ਵਿਚੇ ਅਟਕਿਓ ਚੀਤ, ਇੱਥੇ ਹੀ ਚੇਲਿਆਂ ਬਾਲਕਿਆਂ ਚ ਚਿੱਤ ਅਟਕ ਗਿਆ। ਘਰ ਵਾਲੀ ਛੱਡ ਕਰਕੇ ਤੇ 100 ਚੇਲੀ ਬਣਾ ਕੇ ਮੁੜ ਕੇ ਉਹਨਾਂ ਕੋਲੋਂ ਲੱਤਾਂ ਘਟਾਉਂਦੇ ਆ। ਦੱਸ ਬਈ ਇਹ ਤੋਂ ਆਪਣੀ ਘਰ ਵਾਲੀ ਕਾਹਨੂੰ ਛੱਡਣੀ ਸੀਗੀ ਫਿਰ? ਇਸ ਤਰ੍ਹਾਂ ਇਹ ਕੋਈ ਬਰਕਤਪੁਣਾ ਹੈ? ਮਹਾਰਾਜ ਜੀ ਕਹਿੰਦੇ ਆ ਉਹ ਪਖੰਡ ਵਿਖਾਉਂਦੇ ਆ ਸਾਧ ਸੰਗਤ ਜੀ, ਫਿਰ ਉਹ ਉਗੜ ਵੀ ਜਾਂਦੇ ਆ। ਕਿਹੜਾ ਕਿੰਨਾ ਚਿਰ ਰਹਿੰਦਾ ਪਖੰਡ? ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਹੈ ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾ ਆਇਆ, ਫਿਰ ਉਹ ਪਤਾ ਲੱਗ ਹੀ ਜਾਂਦਾ ਜਿੱਦਾਂ ਉਹ ਕੋਈ ਪਖੰਡ ਹੋਵੇ ਉਹ ਜ਼ਿਆਦਾ ਚਿਰ ਨਹੀਂ ਰਹਿੰਦਾ ਹੈ। ਹਜੂਰ ਕਹਿੰਦੇ ਹਨ ਕੰਮ ਨ ਆਵਹਿ ਪਤ। ਉਹਨਾਂ ਦੇ ਪਤ ਜਿਹੜੇ ਇੱਜ਼ਤ ਹੈ ਨਾ, ਮਹਾਰਾਜ ਕਹਿੰਦੇ ਪਰਲੋਕ ਚ ਖੁਆਰ ਹੁੰਦੀ ਹੈ, ਕੰਮ ਨਹੀਂ ਆਉਂਦੀ ਕਿਸੇ ਵੀ। ਇੱਥੇ ਵੀ ਮਹਾਰਾਜ ਕਹਿੰਦੇ ਵਕਾਰਾਂ ਨੇ ਉਹਨਾਂ ਦੇ ਪੱਤਰਿਆਂ ਦੀ ਨਿਆਈ ਜਿਹੜੀ ਪਤ ਇੱਜ਼ਤ ਵਾ ਉਹ ਖਰਾਬ ਕਰ ਦਿੰਦੇ ਆ। ਵਕਾਰਾਂ ਕਰਕੇ ਹੀ ਉਹ ਉਗੜ ਜਾਂਦਾ ਉਹਨਾਂ ਦਾ ਪਰਦਾ। ਮਿਠਤ ਨੀਵੀ ਨਾਨਕਾ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰਸਿੱਖ ਨੀਵੀਂ ਨਿਮਰਤਾ ਰੱਖਦੇ ਆ ਤੇ ਮੁਖ ਤੋਂ ਮਿੱਠੇ ਬੋਲ ਬੋਲਦੇ ਆ। ਗੁਣ ਚੰਗਿਆਈ ਆ ਤਤ। ਵੇਖ ਲਓ ਭਾਵੇਂ ਬਾਹਰੋਂ ਉਹਨਾਂ ਨੇ ਸਾਦਾ ਹੀ ਲਿਬਾਸ ਪਾਇਆ ਹੁੰਦਾ ਹੈ, ਸਾਧ ਸੰਗਤ ਜੀ ਦਿਖਾਵਾ ਨਹੀਂ ਕਰਦੇ ਤੇ ਬੜਾ ਹੀ ਸਾਦਾ ਭੇਖ ਰੱਖਦੇ ਆ। ਨੀਵੇਂ ਬਣ ਕੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਆ, ਮੁਖ ਤੋਂ ਮਿੱਠੇ ਬੋਲ ਬੋਲਦੇ ਆ। ਉਹਨਾਂ ਕੋਲ ਸਾਧ ਸੰਗਤ ਜੀ ਗਿਆਨ ਦਾ ਮਿੱਠਾ ਫਲ ਹੁੰਦਾ ਹੈ, ਜਿਹਦੇ ਵਿੱਚ ਆਤਮਿਕ ਆਨੰਦ ਦਾ ਰਸ ਭਰਿਆ ਹੁੰਦਾ ਹੈ। ਐਡੇ ਗੁਣ ਹੁੰਦੇ ਆ, ਸਾਰੀਆਂ ਹੀ ਚੰਗਿਆਈਆਂ ਉਹਨਾਂ ਵਿੱਚ ਆ ਕਰਕੇ ਵਸ ਜਾਂਦੀਆਂ। ਮਹਾਰਾਜ ਕਹਿੰਦੇ ਭਾਈ ਇਹ ਗੁਣਾਂ ਤੇ ਚੰਗਿਆਈਆਂ ਦਾ ਤੱਤਵ ਹੈ। ਇਹ ਸਿਧਾਂਤ ਹੈ ਕਿ ਨੀਵਾਂ ਚੱਲਣਾ ਤੇ ਮਿੱਠਾ ਬੋਲਣਾ। ਇਹ ਸਤਿਗੁਰੂ ਜੀ ਨੇ ਕਿਹਾ। ਮਹਾਰਾਜ ਕਹਿੰਦੇ ਗੁਣ ਚੰਗਿਆਈਆਂ ਤੱਤ, ਸਾਰੇ ਗੁਣਾਂ ਦਾ ਜਿਹੜਾ ਚੰਗਾ ਫਲ ਕੀ ਹੈ ਉਹ ਤੱਤ ਸਿਧਾਂਤ ਵਾਹਿਗੁਰੂ ਨੂੰ ਉਹਨਾਂ ਨੇ ਪਾ ਲਿਆ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਉਹ ਝੁਕ ਗਏ ਆ ਵਾਹਿਗੁਰੂ ਜੀ ਦੇ ਨਾਮ ਨੂੰ ਪਾ ਕਰਕੇ। ਜਿਵੇਂ ਭੱਟਾਂ ਨੇ ਗੁਰੂ ਅੰਗਦ ਸਾਹਿਬ ਦਾ ਜਸ ਕਰਦਿਆਂ ਹੋਇਆਂ ਕਿਹਾ, ਮਹਾਰਾਜ ਜੀ ਜਿਵੇਂ ਪੱਕੇ ਫਲ ਵਾਲਾ ਰੁੱਖ ਜਿਹੜਾ ਉਹਦੀਆਂ ਟਾਹਣੀਆਂ ਝੁਕ ਜਾਂਦੀਆਂ ਨਾ, ਤੇ ਮਹਾਰਾਜ ਇਵੇਂ ਗੁਰੂ ਨਾਨਕ ਸਾਹਿਬ ਦੇ ਕੋਲੋਂ ਆਪ ਜੀ ਬਖਸ਼ਾਂ ਪਾ ਕੇ ਇੰਨੀ ਨਿਮਰਤਾ ਨਾਲ ਝੁਕ ਗਏ ਹੋ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ। ਤੇ ਜਿਹੜੇ ਸਾਧ ਸੰਗਤ ਜੀ ਪਖੰਡੀਆਂ ਦੇ ਚੇਲੇ ਹੁੰਦੇ, ਜਿਹੇ ਜਿਹਾ ਪਖੰਡੀ ਆਕੜਿਆ ਰਹਿੰਦਾ ਉਹੋ ਜਿਹੇ ਉਹ ਆਕੜੇ ਰਹਿੰਦੇ ਆ। ਜਿਵੇਂ ਫਲ ਨਾ ਲੱਗਾ ਹੋਵੇ ਨਾ ਰੁੱਖ ਨੂੰ ਤੇ ਉਹਦੀਆਂ ਟਾਹਣੀਆਂ ਤਾਂ ਨੂੰ ਛਿਲਤਰਾਂ ਵਾਂਗੂ ਫਿਰ ਛਿਲਤਰਾਂ ਹੀ ਮਾਰਦੀਆਂ ਤੇ ਉਹ ਈਰਖਾ ਦੀਆਂ ਛਿਲਤਰਾਂ ਹੀ ਮਾਰਦੇ ਰਹਿੰਦੇ ਹਨ। ਸਭ ਕੋ ਨਿਵੈ ਆਪ ਕੋ। ਸਤਿਗੁਰੂ ਜੀ ਕਹਿੰਦੇ ਭਾਈ ਸਭ ਕੋ ਨਿਵੈ ਆਪ ਕੋ। ਇਹੋ ਜਿਹਾ ਸੰਸਾਰ ਹੈ ਕਿ ਸਾਰੇ ਆਪਣੇ ਆਪ ਨੂੰ ਹੀ ਝੁਕਾਉਣਾ ਚਾਹੁੰਦੇ ਆ ਵੀ ਆ ਮੇਰੇ ਪੈਰਾਂ ਤੇ ਮੱਥਾ ਟੇਕ, ਮੇਰੇ ਚਰਨਾਂ ਤੇ ਸਾਰੇ ਝੁਕਣ। ਸਭ ਕੋ ਨਿਵੈ ਆਪ ਕੋ, ਸਾਰੇ ਕੋਈ ਚਾਹੁੰਦੇ ਆ ਕਿ ਮੈਨੂੰ ਹੀ ਸਾਰੇ ਨਿਉ ਜਾਣ, ਮੇਰੇ ਹੀ ਮੱਥੇ ਚਰਨਾਂ ਤੇ ਟੇਕਣ ਤੇ ਮੇਰੀ ਹੀ ਜੈ ਜੈਕਾਰ ਹੋਵੇ। ਪਰ ਕੋ ਨਿਵਾ ਨਾ ਕੋਈ। ਪਰਾਏ ਨੂੰ ਦੂਜੇ ਨੂੰ ਮਹਾਰਾਜ ਕਹਿੰਦੇ ਕੋਈ ਨਹੀਂ ਨਿਉਣਾ ਚਾਹੁੰਦਾ, ਝੁਕਣਾ ਹੀ ਨਹੀਂ ਕੋਈ ਚਾਹੁੰਦਾ ਕਿਸੇ ਦੇ ਅੱਗੇ।
ਇਹ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪੈਰੀ ਪਵਣਾ ਜਗ ਵਰਤਾਇਆ। ਮਹਾਰਾਜ ਨੇ ਨਿਮਰਤਾ ਦਿੱਤੀ ਸੰਸਾਰ ਦੇ ਜੀਆਂ ਨੂੰ ਕਿ ਭਾਈ ਨਿਮਰਤਾ ਵਿੱਚ ਹੀ ਸਾਰੇ ਗੁਣ ਹੈ। ਹਜੂਰ ਕਹਿੰਦੇ ਹਨ ਸਭ ਕੋ ਨਿਵਾ ਆਪ ਕੋ। ਸਾਰਾ ਕੋਈ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਹੀ ਨਿਵਾਉਣਾ ਚਾਹੁੰਦੇ ਆ, ਝੁਕਾਉਣਾ ਚਾਹੁੰਦੇ ਆਪਣੇ ਅੱਗੇ, ਕੋਈ ਸਾਰੇ ਮੇਰੇ ਅੱਗੇ ਹੀ ਝੁਕ ਜਾਣ। ਪਰ ਕੋ ਨਿਵਾ ਨਾ ਕੋਈ। ਪਰਾਏ ਦੇ ਅੱਗੇ ਕੋਈ ਨਹੀਂ ਨਿਆਉਂਦਾ, ਕੋਈ ਝੁਕਦਾ ਨਹੀਂ ਹੈ। ਧਰ ਤਾਰਾਜੂ ਤੋਲੀਆ। ਮਹਾਰਾਜ ਜੀ ਕਹਿੰਦੇ ਜੇ ਤਰਾਜੂ ਵਿੱਚ ਧਰ ਕੇ ਭਾਈ ਤੋਲਣਾ ਕਰੀਏ, ਨਿਵਾ ਸੋ ਗੌਰਾ ਹੋਏ। ਜਿਹੜਾ ਨਿਆਉਂਦਾ ਨਾ ਗੌਰਾ ਭਾਰਾ ਤਾਂ ਉਹੋ ਹੀ ਹੁੰਦਾ, ਫਿਰ ਵੱਡਾ ਤਾਂ ਉਹੋ ਹੀ ਹੁੰਦਾ ਜਿਹੜਾ ਨਿਉ ਜਾਂਦਾ ਹੈ। ਜਿਹੜਾ ਹੰਕਾਰ ਨਾਲ ਆਕੜਿਆ ਰਹਿੰਦਾ ਉਹ ਖਾਲੀ ਫੋਕਾ ਹੁੰਦਾ ਹੈ। ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਧਰ ਤਾਰਾਜੂ ਤੋਲੀ ਹੈ। ਮਹਾਰਾਜ ਕਹਿੰਦੇ ਜਦੋਂ ਵਿਚਾਰ ਰੂਪੀ ਤਰਾਜੂ ਦੇ ਵਿੱਚ ਧਰ ਕੇ ਤੇ ਇਸ ਪ੍ਰਕਾਰ ਗਿਆਨ ਰੂਪੀ ਵੱਟਾ ਪਾ ਕਰਕੇ ਜਦੋਂ ਤੋਲੀਏ ਨਾ ਤੇ ਫਿਰ ਮਹਾਰਾਜ ਕਹਿੰਦੇ ਹਨ ਨਿਵਾ ਸੋ ਗੌਰਾ ਹੋਏ। ਫਿਰ ਜਿਹੜਾ ਨਿਉ ਜਾਂਦਾ ਹੈ ਨਾ ਨਿਮਰਤਾ ਨਾਲ ਗਰੀਬੀ ਨਾਲ ਝੁਕ ਜਾਂਦਾ ਹੈ ਉਹ ਗੌਰਾ ਵੱਡਾ ਹੋ ਜਾਂਦਾ ਹੈ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗਰੀਬੀ ਨਾਲ ਝੁਕ ਗਏ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਤੇ ਕੀ ਪਾਇਆ? ਸਭ ਤੋਂ ਵੱਡੀ ਦਾਤ ਪਾਈ, ਗੁਰਿਆਈ ਪਾਈ ਸੱਚੇ ਪਾਤਸ਼ਾਹ ਨੇ। ਗੁਰੂ ਅਮਰਦਾਸ ਸਾਹਿਬ ਜੀ ਨਿਮਰਤਾ ਨਾਲ ਝੁਕ ਗਏ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ। ਧੰਨ ਗੁਰੂ ਰਾਮਦਾਸ ਸਾਹਿਬ ਜੀ ਝੁਕ ਗਏ ਨਿਮਰਤਾ ਨਾਲ ਗੁਰੂਦੇਵ ਦੇ ਚਰਨਾਂ 'ਚ ਤੇ ਵੱਡੀ ਦਾਤ ਗੁਰਿਆਈ ਦੀ ਸਤਿਗੁਰਾਂ ਜੀ ਨੇ ਪਾਉਣਾ ਕੀਤੀ। ਮਹਾਰਾਜ ਜੀ ਕਹਿੰਦੇ ਨਿਵੈ ਸੋ ਗੌਰਾ ਹੋਏ। ਜਿਹੜਾ ਨਿਆਉਂਦਾ ਨਾ ਉਹੋ ਹੀ ਗੌਰਾ। ਮਹਾਰਾਜ ਕਹਿੰਦੇ ਭਾਈ ਭਾਰਾ ਹੁੰਦਾ, ਵੱਡਾ ਹੁੰਦਾ, ਮਹਾਨ ਹੁੰਦਾ ਹੈ। ਅਪਰਾਧੀ ਦੂਣਾ ਨਿਵਾ। ਮਹਾਰਾਜ ਕਹਿੰਦੇ ਸਿੱਖੋ ਪਰ ਇਹ ਨਿਉਣ 'ਚ ਵੀ ਭੇਦ ਹੈ, ਇਸ ਗੱਲ ਨੂੰ ਸਮਝਣਾ। ਜਿਹੜਾ ਅਪਰਾਧੀ ਹੁੰਦਾ ਨਾ ਗੁਨਾਹਗਾਰ, ਮਹਾਰਾਜ ਜੀ ਕਹਿੰਦੇ ਭਾਈ ਉਹ ਦੂਣਾ ਨਿਵੈ, ਉਹ ਦੂਣਾ ਨਿਮਦਾ ਹੈ। ਸਗੋਂ ਕਿਉਂ ਨਿਮਦਾ ਹੈ? ਮਤਲਬ ਹੁੰਦਾ ਹੈ ਉਹਨੂੰ, ਕੋਈ ਸ਼ਰਧਾ ਥੋੜ੍ਹਾ ਹੁੰਦੀ ਹੈ। ਉਹ ਸ਼ਰਧਾ ਨਾਲ ਆ ਕੇ ਨਹੀਂ ਝੁਕਦਾ, ਮਤਲਬ ਨਾਲ ਆ ਕਰਕੇ ਝੁਕਦਾ ਹੈ। ਤੇ ਇਹੋ ਜਿਹਾ ਜਿਹੜਾ ਝੁਕਣਾ ਹੁੰਦਾ ਨਾ, ਕਈ ਵਾਰੀ ਬਾਬਾ ਜੀ ਸਮਝ ਲੈਂਦੇ ਵੀ ਬੜਾ ਸਤਿਕਾਰ ਹੋ ਰਿਹਾ ਹੈ। ਸਤਿਕਾਰ ਕੀ ਹੋ ਰਿਹਾ? ਜਦੋਂ ਇਹੋ ਜਿਹਾ ਦਾ ਮਤਲਬ ਨਿਕਲ ਜੇ ਫਿਰ ਗਿੱਟਿਆਂ ਤੋਂ ਪਕੜ ਕੇ ਸਿਰ ਪਰਨੇ ਵੀ ਸੁੱਟਦੇ ਉਹੋ ਹੀ ਹੈ, ਕਿਉਂਕਿ ਉਹ ਤਾਂ ਮਤਲਬ ਨਾਲ ਝੁਕ ਰਹੇ ਆ। ਜਦੋਂ ਮਤਲਬ ਨਿਕਲ ਗਿਆ ਫਿਰ ਕਾਹਦੇ ਬਾਬਾ ਜੀ? ਫਿਰ ਉਹੋ ਹੀ ਬਾਹਰ ਜਾ ਕੇ ਕਹਿੰਦੇ ਮੈਂ ਜਾਣਦਾ ਇਹਨੂੰ, ਇਹ ਪਖੰਡੀ ਆ ਬੜਾ ਜ਼ਿਆਦਾ। ਉਹੋ ਹੀ ਫਿਰ ਨਿੰਦਿਆ ਵੀ ਕਰਨ ਲੱਗ ਜਾਂਦੇ ਆ। ਇਉਂ ਸਤਿਗੁਰੂ ਜੀ ਕਹਿੰਦੇ ਹਨ ਅਪਰਾਧੀ ਦੂਣਾ ਨਿਵਾ। ਜਿਹੜਾ ਅਪਰਾਧੀ ਹੁੰਦਾ ਨਾ ਮਹਾਰਾਜ ਕਹਿੰਦੇ ਭਾਈ ਇਹ ਦੂਣਾ ਨਿਆਉਂਦਾ ਹੈ, ਬਹੁਤ ਜ਼ਿਆਦਾ ਝੁਕਦਾ ਹੈ। ਜੋ ਹੰਤਾ ਮਿਰਗਾਹੇ। ਮਹਾਰਾਜ ਪ੍ਰਮਾਣ ਦਿੰਦੇ ਜਿਵੇਂ ਹੰਤਾ ਹੱਤਿਆ ਕਰਨ ਵਾਲਾ, ਹਿਰਨ ਨੂੰ ਮਾਰਨ ਵਾਲਾ। ਮਹਾਰਾਜ ਕਹਿੰਦੇ ਜਿਹੜਾ ਸ਼ਿਕਾਰੀ ਹੁੰਦਾ ਹੈ ਮਿਰਗਾਹੇ, ਮਿਰਗ ਨੂੰ ਮਾਰਨ ਵਾਲਾ, ਉਹ ਸ਼ਿਸ਼ਟ ਬਣਦਾ ਜਦੋਂ ਉਹ ਝੁਕ ਜਾਂਦਾ। ਉਹ ਹਿਰਨ ਨੂੰ ਕੋਈ ਮੱਥਾ ਥੋੜੋ ਠੇਕ ਰਿਹਾ ਹੈ, ਉਹ ਤਾਂ ਮਾਰਨ ਵਾਸਤੇ ਗੋਲੀ ਮਾਰਨ ਲਈ ਜਾਂ ਤੀਰ ਮਾਰਨ ਲਈ ਸ਼ਿਸ਼ਟ ਬਣ ਰਿਹਾ ਹੈ। ਜਿਹੜੇ ਇਸ ਤਰ੍ਹਾਂ ਆਉਂਦੇ ਆ ਨਾ ਮੱਥੇ ਟੇਕਣ ਨੂੰ, ਉਹ ਸਾਧ ਸੰਗਤ ਜੀ ਕੋਈ ਆਪਣੇ ਪ੍ਰਯੋਜਨ ਵਾਸਤੇ ਹੀ ਆਉਂਦੇ ਆ। ਕਈ ਉਹ ਸੋਚ ਕੇ ਆਉਂਦੇ ਵੀ ਚੱਲ 4 ਦਿਨ ਮਲਾਈਆਂ ਹੀ ਖਾਵਾਂਗੇ ਤੇ ਉੱਥੇ ਮੌਜ ਮੇਲੇ ਕਰਾਂਗੇ। ਖਾਣ ਪੀਣ ਵਾਲੀ 4 ਜਿਹੜੇ ਉਹ ਨਾਲ ਰਲ ਜਾਂਦੇ, ਜਦੋਂ ਪਦਾਰਥ ਨਹੀਂ ਰਹਿੰਦੇ ਫਿਰ ਉਹ ਭੱਜ ਜਾਂਦੇ। ਉਹਨਾਂ ਦਾ ਮੱਥਾ ਟੇਕਣਾ, ਉਹਨਾਂ ਦੀ ਫਤਿਹ ਬੁਲਾਉਣੀ ਮਤਲਬ ਦੀ ਹੁੰਦੀ ਹੈ। ਉਹ ਦੂਣੇ ਝੁਕਦੇ ਆ, ਸਗੋਂ ਝੁਕ ਕੇ, ਕਿਉਂਕਿ ਬਾਬਾ ਜੀ ਨੂੰ ਠੱਗਣਾ ਜੀ ਹੋਇਆ। 4 ਪੈਸੇ ਜਿਹੜੇ ਉਹ ਮਾਠਦੇ ਆ ਕੋਲੋਂ ਠੱਗਦੇ ਆ। ਇਹ ਮਹਾਰਾਜ ਕਹਿੰਦੇ ਭਾਈ ਜਿਵੇਂ ਉਹ ਸ਼ਿਕਾਰੀ ਹੁੰਦਾ ਨਾ, ਉਹ ਸ਼ਿਸ਼ਟ ਬਣਦਾ ਝੁਕਦਾ ਹੈ। ਉਹ ਹਿਰਨ ਨੂੰ ਕੋਈ ਮੱਥਾ ਨਹੀਂ ਟੇਕਦਾ ਹੈ, ਉਹ ਤਾਂ ਸਗੋਂ ਉਹਨੂੰ ਮਾਰਨ ਲਈ ਮਹਾਰਾਜ ਕਹਿੰਦੇ ਨਿਸ਼ਾਨਾ ਵੇਖਦਾ ਏ। ਸੀਸ ਨਿਵਾਇਆ ਕਿਆ ਥੀਆ। ਤੇ ਸੀਸ ਝੁਕਾਇਆ ਹੋਇਆ ਮਹਾਰਾਜ ਕਹਿੰਦੇ ਭਾਈ ਅੰਦਰੋਂ ਜਦੋਂ ਮਹਾਰਾਜ ਦੱਸਦੇ ਆ ਵੀ ਕੀ ਕਰੇਗਾ ਝੁਕਾਇਆ ਹੋਇਆ ਉਹ ਸੀਸ। ਜਾ ਹਿਰਦਾ ਕੁਸੁਧੇ ਜਾਹੇ। ਜਾਂ ਹਿਰਦੇ ਤੋਂ ਹੀ ਮਹਾਰਾਜ ਕਹਿੰਦੇ ਭਾਈ ਕੁਸੁੱਧ ਭਾਵ ਪੁੱਠਾ ਹੋਇਆ ਪਿਆ ਹਿਰਦਾ ਹੀ। ਗੁਰੂ ਸਾਹਿਬ ਨੂੰ ਮੱਥਾ ਟੇਕਣਾ ਤੇ ਅੰਦਰੋਂ ਹਿਰਦਾ ਹੀ ਪੁੱਠਾ ਹੋਇਆ, ਦੱਸ ਤੇਰਾ ਸੀਸ ਝੁਕਾਇਆ ਕੀ ਕਰੇਗਾ? ਮਹਾਰਾਜ ਤਾਂ ਅੰਤਰਜਾਮੀ ਹੈ, ਤੂੰ ਸਤਿਗੁਰੂ ਜੀ ਦਾ ਕੀ ਵਿਗਾੜ ਸਕਦਾ ਹੈ? ਮਹਾਰਾਜ ਸਾਹਿਬ ਜੀ ਨੂੰ ਛੱਡ ਨਹੀਂ ਸਕਦਾ ਹੈ ਜੇ ਅੰਦਰੋਂ ਤੇਰਾ ਹਿਰਦਾ ਹੀ ਪੁੱਠਾ ਹੋਇਆ ਪਿਆ ਹੈ, ਸਤਿਗੁਰੂ ਜੀ ਦੀ ਸਿੱਖਿਆ ਨੂੰ ਨਹੀਂ ਮੰਨਦਾ, ਮਹਾਰਾਜ ਦੇ ਉਪਦੇਸ਼ ਨੂੰ ਤੂੰ ਧਾਰਨ ਨਹੀਂ ਕਰਦਾ ਹੈ। ਫਿਰ ਸੀਸ ਨਿਵਾਇਆ ਕਿਆ ਥੀ ਹੈ? ਫਿਰ ਤੇਰਾ ਸਿਰ ਝੁਕਾਇਆ ਹੋਇਆ ਕੀ ਕਰੇਗਾ?
ਉਸ ਤਰ੍ਹਾਂ ਵੇਖ ਲਓ ਮਹਾਰਾਜ ਨੇ ਬਾਣੀ ਵਿੱਚ ਸ਼ਬਦ ਕਹੇ ਹੈ, ਜਿੱਥੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਹੈ ਕਿ ਜੋ ਸਿਰ ਸਾਈਂ ਨਾ ਨਿਮੈ ਸੋ ਸਿਰ ਕੱਪ ਉਤਾਰ। ਕਹਿੰਦੇ ਉਹ ਸਿਰ ਵੱਢ ਕੇ ਸਿੱਟ ਦੇਣਾ ਚਾਹੀਦਾ। ਕਹਿੰਦੇ ਜੋ ਸਿਰ ਸਾਈਂ ਨਾ ਨਿਮੈ ਸੋ ਸਿਰ ਕੀਜੈ ਕਾਏ। ਕੀ ਕਰਨਾ ਚਾਹੀਦਾ? ਕੁੰਨੇ ਹੇਠ ਜਲਾਈ ਹੈ ਬਾਲਣ ਸੰਧੈ ਥਾਏ। ਕਹਿੰਦੇ ਤੌੜੀ ਦੇ ਥੱਲੇ ਚੁੱਲ੍ਹੇ 'ਚ ਢਾਹ ਦੇਣਾ ਚਾਹੀਦਾ ਇਹੋ ਜਿਹਾ ਸਿਰ ਜਿਹੜਾ ਪੂਰੇ ਗੁਰੂ ਨੂੰ ਨਹੀਂ ਨਿਆਉਂਦਾ ਹੈ। ਇਹ ਆਗਿਆ ਕੀਤੀ ਹੈ ਸੀਸ ਝੁਕਾਉਣ ਦੀ, ਨਾਲੇ ਕਿਹਾ ਕਰ ਡੰਡਾਉਤ ਪੁੰਨ ਵੱਡਾ ਹੈ। ਪਰ ਮਹਾਰਾਜ ਜੀ ਕਹਿੰਦੇ ਜਦੋਂ ਤੇਰਾ ਅੰਦਰ ਹੀ ਪੁੱਠਾ ਹੈ, ਅੰਦਰੋਂ ਤੂੰ ਗੁਰੂ ਜੀ ਦੇ ਆਖੇ ਹੀ ਨਹੀਂ ਲੱਗਦਾ ਹੈ, ਤੇ ਫਿਰ ਮਹਾਰਾਜ ਕਹਿੰਦੇ ਸੀਸ ਨਿਵਾਇਆ ਕਿਆ ਥੀ ਹੈ। ਜਾਂ ਹਿਰਦਾ ਕਸੁੱਧੇ ਜਾਏ, ਜਦ ਤੇਰਾ ਹਿਰਦਾ ਹੀ ਸੁੱਧ ਨਹੀਂ ਹੈ, ਭਾਵ ਮਨ ਸਿੱਧਾ ਕਰਕੇ ਤੂੰ ਮੱਥਾ ਨਹੀਂ ਟੇਕ ਰਿਹਾ, ਤੇਰਾ ਮੱਥਾ ਟੇਕਣਾ ਤਾਂ ਪਖੰਡ ਵਾ, ਫਿਰ ਤੂੰ ਦਿਖਾਵੇ ਕਰਕੇ ਮੱਥਾ ਟੇਕ ਰਿਹਾ, ਲੋਕਾਚਾਰੀ ਕਰੀ ਜਾਂਦਾ। ਮਹਾਰਾਜ ਕਹਿੰਦੇ ਤੇਰਾ ਹਿਰਦਾ ਸੁੱਧ ਨਹੀਂ, ਫਿਰ ਸੀਸ ਨਿਵਾਇਆ ਹੋਇਆ ਝੁਕਾਇਆ ਹੋਇਆ ਕੀ ਕਰੇਗਾ। महला पहला। ਪਹਿਲੇ ਪਾਤਸ਼ਾਹ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਮਹੱਲੇ ਦੁਆਰਾ ਉਪਦੇਸ਼ ਦਿੰਦੇ ਆ। ਸਤਿਗੁਰੂ पढ़ पुस्तक संध्या बादम। ਸਾਧ ਸੰਗਤ ਜੀ ਇਹ ਸ਼ਲੋਕ ਸੰਸਕ੍ਰਿਤੀ ਵਿੱਚ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜਦੋਂ ਕਾਂਸ਼ੀ ਗਏ ਆ ਨਾ, ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਸਾਹਿਬ ਵਿਦਿਮਾਨ ਹੈ। ਮਹਾਰਾਜ ਜੀ ਕਾਂਸ਼ੀ ਵਿੱਚ ਜਾ ਕੇ ਬੈਠੇ ਜਦੋਂ, ਤੇ ਹਜੂਰ ਉੱਥੇ ਜਾ ਬੈਠੇ ਜਿੱਥੇ ਤਾਜ਼ਾ ਹੀ ਕੁੱਤਾ ਮਰਿਆ ਪਿਆ ਹੈ, ਤੇ ਭਾਈ ਮਰਦਾਨਾ ਜੀ ਕੁੱਤੇ ਮਰੇ ਵੇਖ ਕੇ ਘਿਰਣਾ ਕਰਦੇ, ਕਹਿੰਦੇ ਮਹਾਰਾਜ ਇਹ ਥਾਂ ਚੰਗੀ ਨਹੀਂ, ਇਹ ਹੋਰ ਕਿਤੇ ਬੈਠੀਏ ਹੈ ਜਾ ਕੇ। ਮਹਾਰਾਜ ਹੱਸ ਕੇ ਕਹਿੰਦੇ ਭਾਈ ਮਰਦਾਨਿਆ ਸਾਰੀਆਂ ਥਾਵਾਂ ਕਰਤਾਰ ਦੀਆਂ ਹੀ ਨੇ, ਬਹਿ ਜਾ ਕੋਈ ਗੱਲ ਨਹੀਂ। ਬਹਿ ਕੇ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਇੱਥੇ ਗੋਪਾਲ ਦੱਤ ਨਾਮੇ ਪੰਡਤ ਬੜਾ ਹੰਕਾਰੀ ਸੀ, ਉਹ ਸਤਿਗੁਰੂ ਦਾ ਆਉਣਾ ਸੁਣ ਕੇ ਆਇਆ ਬੜੀ ਪੰਡਤਾਂ ਦੀ ਸਭਾ ਲੈ ਕੇ, ਕਹਿੰਦਾ ਵੀ ਚਰਚਾ ਕਰੋ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਚਰਚਾ ਨਹੀਂ ਕਰਦੇ ਪੰਡਤ ਜੀ। ਕਹਿਣ ਲੱਗਾ ਜੇ ਚਰਚਾ ਨਹੀਂ ਕਰਦੇ ਤੇ ਕਾਂਸ਼ੀ ਤਾਂ ਪੜ੍ਹਿਆ ਲਿਖਿਆਂ ਦੀ ਇੱਥੇ ਕੀ ਕਰਨ ਆਏ ਹੋ, ਚਲੋ ਚੁੱਕੋ ਆਪਣਾ ਬੋਰੀ ਬਿਸਤਰਾ ਤੇ ਜਾਓ ਇੱਥੋਂ। ਮਹਾਰਾਜ ਕਹਿੰਦੇ ਅਸੀਂ ਚਰਚਾ ਤਾਂ ਨਹੀਂ ਕਰਨੀ ਚਾਹੁੰਦੇ, ਪਰ ਜੇ ਤੇਰਾ ਮਨ ਹੀ ਹੈ ਗੋਪਾਲ ਦੱਤ ਪੰਡਤ ਚਰਚਾ ਕਰਨੀ ਹੈ ਤੇ ਫਿਰ ਕਰਾ ਦਿੰਨੇ ਆ ਚਰਚਾ ਵੀ। ਮਹਾਰਾਜ ਸਾਹਿਬ ਜੀ ਦੇ ਅੱਗੇ ਜਦੋਂ ਇਹ ਗੋਪਾਲ ਦੱਤ ਪੰਡਤ ਆਪਣੇ ਪੰਡਤਾਂ ਦੀ ਮੰਡਲੀ ਸਹਿਤ ਖਲੋਤਾ ਹੈ, ਸਤਿਗੁਰੂ ਕਹਿੰਦੇ ਵੀ ਲਾਗੇ ਮਰਿਆ ਹੋਇਆ ਜਿਹੜਾ ਕੁੱਤਾ ਪਿਆ ਸੀ, ਮਹਾਰਾਜ ਕਹਿੰਦੇ ਪੰਡਤਾ ਉੱਠ ਬਈ ਤੇਰੇ ਜਾਤ ਭਾਈ ਆਏ ਚਰਚਾ ਕਰ। ਇਹ ਨਿਹੰਗ ਸਿੰਘ ਉਦੋਂ ਤੋਂ ਹੀ ਕੁੱਤੇ ਨੂੰ ਪੰਡਤ ਕਹਿੰਦੇ ਆ, ਜਦੋਂ ਕੁੱਤਾ ਨਹੀਂ ਕਹਿੰਦੇ ਹਨ, ਉਹਨੂੰ ਕੁੱਤੇ ਨੂੰ ਬੁਲਾਉਣਾ ਹੋਵੇ ਤੇ ਪੰਡਤ ਹੀ ਕਹਿੰਦੇ ਆ ਨਿਹੰਗ ਸਿੰਘ। ਇਸ ਤਰ੍ਹਾਂ ਜਦੋਂ ਮਹਾਰਾਜ ਆਖਿਆ ਤੇ ਉਹ ਗੋਪਾਲ ਦੱਤ ਡਰ ਗਿਆ ਵੀ ਇਹ ਤਾਂ ਕੁੱਤੇ ਨੂੰ ਸਾਡਾ ਜਾਤ ਭਾਈ ਕਿਹਾ ਤੇ ਨਾਲੇ ਪੰਡਤ ਕਿਹਾ ਹੈ। ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਤੁਸੀਂ ਮਰਿਆਦਾ ਪੁਰਸ਼ੋਤਮ ਲੱਗਦੇ ਹੋ, ਤੇ ਮਹਾਰਾਜ ਜੀ ਤੁਸੀਂ ਇਹਨੂੰ ਸਾਡਾ ਜਾਤ ਭਾਈ ਕਿਉਂ ਕਹਿਤਾ ਹੈ? ਹਜੂਰ ਦੇ ਇੰਨਾ ਵਾਕ ਕਹਿਣ ਤੋਂ ਹੀ ਕੁੱਤਾ ਜਿਉਂਦਾ ਹੋ ਗਿਆ ਸੀ। ਸਾਖੀ ਵਿੱਚ ਜ਼ਿਕਰ ਹੈ ਕਿ ਭਾਈ ਮਰਦਾਨਾ ਜੀ ਤੋਂ ਮਹਾਰਾਜ ਨੇ ਜਲ ਛਿੜਕਾ ਕੇ ਕਿਹਾ ਸਤਨਾਮ ਵਾਹਿਗੁਰੂ ਆਖ, ਤੇ ਕੁੱਤਾ ਜਦੋਂ ਉੱਠ ਕੇ ਬੈਠ ਗਿਆ ਮਹਾਰਾਜ ਜੀ ਨੂੰ ਫਿਰ ਇਹ ਡਰ ਗਏ ਸੀਗੇ ਵੇਖ ਕੇ, ਤੇ ਤਾਂ ਪੁੱਛਿਆ ਮਹਾਰਾਜ ਤੁਸੀਂ ਸਾਡੇ ਇਸ ਕੁੱਤੇ ਨੂੰ ਮਹਾਰਾਜ ਸਾਡਾ ਜਾਤ ਭਾਈ ਕਿਉਂ ਕਿਹਾ ਹੈ? ਮਹਾਰਾਜ ਕਹਿੰਦੇ ਆਪੇ ਹੀ ਦੱਸ ਦਿੰਦਾ ਇਹ। ਤੇ ਜਦੋਂ ਫਿਰ ਕੁੱਤਾ ਬੋਲਿਆ, ਕੁੱਤਾ ਕਹਿੰਦਾ ਉਹ ਗੋਪਾਲ ਦੱਤ ਬਾਕੀਆਂ ਲਈ ਤਾਂ ਮੈਂ ਜਾਤੀ ਬਰਾਦਰੀ ਦਾ ਹੋਊਂਗਾ, ਤੇਰਾ ਤਾਂ ਮੈਂ ਸਗਾ ਦਾਦਾ। ਉਹ ਸੁਣ ਕੇ ਡਰ ਗਿਆ ਵੀ ਇਹ ਕੋਈ ਯਕਸ਼ ਬੋਲ ਰਿਹਾ, ਇਹ ਸ਼ਕਤੀ ਵਾਲੇ ਪੁਰਖ ਹੈ, ਕੁੱਤੇ ਨੂੰ ਬੁਲਾਤਾ। ਫਿਰ ਇਹਨਾਂ ਨੇ ਚਰਚਾ ਤਾਂ ਕੀ ਕਰਨੀ ਸੀ, ਦੰਦਲ ਪੈ ਗਈ ਇਹਨਾਂ ਨੂੰ ਕਿ ਕੀ ਬੋਲੀਏ। ਡਰਦਾ ਡਰਦਾ ਜਿਹਾ ਗੋਪਾਲ ਦੱਤ ਪੰਡਤ ਕਹਿੰਦਾ ਹੈ ਕਿ ਕੀ ਪੁਸਤਕ ਅਧਿਅੰਤਿਆਂ, ਵੀ ਤੂੰ ਕਿਹੜੀਆਂ ਪੁਸਤਕਾਂ ਪੜ੍ਹੀਆਂ? ਕਹਿੰਦਾ ਸਰਬ ਪੁਸਤਕ ਅਧਿਅੰਤਿਆਂ, ਮੈਂ ਸਾਰੀਆਂ ਪੁਸਤਕਾਂ ਪੜ੍ਹੀਆਂ, ਤੂੰ ਗੱਲ ਕਰ ਕਿਹੜੀ ਕਰਨੀ। ਜਦੋਂ ਕੁੱਤੇ ਨੇ ਉਹ ਆਖਿਆ ਠਠੰਬਰ ਗਏ, ਬੜੀਆਂ ਗੱਲਾਂ ਪੁੱਛੀਆਂ, ਬੜੇ ਬੜੇ ਸੂਤਰ ਪੁੱਛੇ, ਕੁੱਤਾ ਸਭ ਦੱਸੀ ਜਾਵੇ। ਉਹਦਾ ਦਾਦਾ ਸ਼ਿਵਦੱਤ ਸੀਗਾ। ਫਿਰ ਇਸ ਕਿਹਾ ਕਿ ਤੇਰੀ ਇਹ ਹਾਲਤ ਕਿਉਂ ਹੋਈ? ਕਹਿਣ ਲੱਗਾ ਕਿ ਜਿੱਦਾਂ ਤੂੰ ਕੀਤਾ ਨਾ ਆ ਕੇ, ਮੈਂ ਵੀ ਇਸ ਤਰ੍ਹਾਂ ਭਜਨੀਕ ਪੁਰਖ ਦਾ ਸਿਰ ਖਾਦਾ ਸੀ ਬਾਹਲਾ, ਤੇ ਉਹਦੇ ਮਗਰ ਹੀ ਉਹਨੇ ਸ਼ਰਾਪ ਦੇਤਾ ਵੀ ਜਾ ਕੁੱਤੇ ਵਾਂਗੂ ਕੀ ਭੌਂਕੀ ਜਾਂਦਾ, ਭਜਨ ਨਹੀਂ ਕਰਨ ਦਿੰਦਾ। ਉਹਦੇ ਸ਼ਰਾਪ ਕਰਕੇ ਮੈਂ ਕੁੱਤਾ ਬਣਿਆ। ਗੋਪਾਲ ਦੱਤ ਪੰਡਤ ਨੇ ਸਤਿਗੁਰਾਂ ਦੇ ਚਰਨ ਪਕੜ ਲਏ, ਕਹਿਣ ਲੱਗਾ ਗਰੀਬ ਨਵਾਜ ਮੇਰੇ ਦਾਦੇ ਦੀ ਗਤੀ ਕਰੋ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਭਾਈ ਮਰਦਾਨਾ ਜੀ ਤੋਂ ਕੁੱਤੇ ਤੇ ਜਲ ਪਵਾ ਕੇ ਉਹਨੂੰ ਸਦਗਤੀ ਦਿੱਤੀ। ਗਰੀਬ ਨਵਾਜ ਨੇ ਹਜੂਰ ਦੇ ਚਰਨਾਂ 'ਚ ਹੀ ਦੇਹ ਤਿਆਗ ਕੇ ਬੈਕੁੰਠ ਨੂੰ ਗਮਨ ਕੀਤਾ।
ਸਤਿਗੁਰੂ ਜੀ ਚੌਂ ਯੁੱਗਾਂ ਦੇ ਵਿਛੜਿਆ ਹੋਇਆਂ ਨੂੰ ਮਿਲਣ ਲਈ ਅਵਤਾਰ ਧਾਰਿਆ ਗਰੀਬ ਨਿਵਾਜ ਜੀ ਨੇ। ਜਦੋਂ ਗੋਪਾਲ ਦੱਤ ਪੰਡਤ ਚਰਨੀ ਪੈ ਗਿਆ, ਹਜੂਰ ਨੂੰ ਕਹਿੰਦਾ ਮਹਾਰਾਜ ਮੈਨੂੰ ਕਿਰਪਾ ਕਰਕੇ ਉਪਦੇਸ਼ ਦਿਓ। ਫਿਰ ਸਤਿਗੁਰੂ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਇਹ ਸ਼ਬਦ ਉਚਾਰਨ ਕੀਤਾ। ਸਾਧ ਸੰਗਤ ਜੀ, ਇਹ ਸ਼ਬਦ ਗੋਪਾਲ ਦੱਤ ਪੰਡਤ ਦੇ ਜਿਹੜੇ ਪੋਤਰੇ ਸਨ, ਪੰਡਤ ਹਰੀ ਲਾਲ ਕ੍ਰਿਸ਼ਨ ਲਾਲ, ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਲੈ ਕੇ ਆਏ ਸੀ। ਇਹ ਸ਼ਬਦ ਉਹ ਲੈ ਕੇ ਆਏ ਸੀਗੇ। 4 ਸ਼ਬਦ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਹਿਸਕ੍ਰਿਤੀ ਦੇ। ਇੱਕ ਆਸਾ ਦੀ ਵਾਰ ਦੇ ਵਿੱਚ ਪਹਿਲਾਂ ਆਪਾਂ ਸਰਵਣ ਕੀਤਾ ਆਇਆ ਸ਼ਬਦ, ਇਹ ਦੂਸਰਾ ਸ਼ਬਦ ਜਿਹੜਾ ਹੈ ਇੱਥੇ ਆਸਾ ਦੀ ਵਾਰ ਵਿੱਚ ਮਹਾਰਾਜ ਜੀ ਕਹਿ ਰਹੇ ਹੈ। ਇਹ ਹਜੂਰ ਨੇ ਕਾਂਸ਼ੀ ਵਿੱਚ ਸਤਿਗੁਰਾਂ ਜੀ ਨੇ ਉਚਾਰਨ ਕੀਤਾ। ਗੋਪਾਲ ਦੱਤ ਪੰਡਤ ਨੂੰ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ। ਉਹ ਕਿਹਾ ਮਹਾਰਾਜ ਜਿਹੜੇ ਅਸੀਂ ਧਰਮ ਦੇ ਕਰਮ ਕਰਦੇ ਹਾਂ, ਕੀ ਇਹਨਾਂ ਨਾਲ ਸਾਡਾ ਛੁਟਕਾਰਾ ਨਹੀਂ ਹੋਊ, ਆਤਮਿਕ ਗਿਆਨ ਨਹੀਂ ਹੋਊਗਾ? ਸਤਿਗੁਰੂ ਦੱਸਦੇ ਨੇ ਗੋਪਾਲ ਦੱਤ ਪੰਡਤ ਵੀ ਤੁਹਾਡੇ ਧਰਮ ਦੇ ਕਰਮ ਕਿਹੋ ਜਿਹੇ ਫੋਕਟ ਹਨ। ਹਜੂਰ ਕਹਿੰਦੇ ਨੇ ਪੜ੍ਹ ਪੁਸਤਕ ਸੰਧਿਆ ਬਾਦੰ। ਮਹਾਰਾਜ ਕਹਿੰਦੇ ਪੜ੍ਹਦੇ ਹੋ ਪੁਸਤਕਾਂ ਦੇ ਤਾਈਂ ਤੇ 3 ਸਮੇਂ ਦੀ ਸੰਧਿਆ ਵੀ ਕਰਦੇ ਹੋ। ਸਵੇਰ ਦਾ ਕਾਲ ਜਦੋਂ ਹੁੰਦਾ, ਦਿਨ ਦੇ ਚੜ੍ਹਾਅ ਦਾ ਵਕਤ, ਉਦੋਂ ਸਾਧ ਸੰਗਤ ਜੀ ਸੰਧਿਆ ਹੁੰਦੀ। ਦੁਪਹਿਰੇ ਮਧਿਆਨ ਵਿੱਚ ਵੀ ਸੰਧਿਆ ਹੁੰਦੀ, ਫਿਰ ਸ਼ਾਮ ਦੇ ਵਕਤ ਵੀ ਸੰਧਿਆ ਹੁੰਦੀ ਹੈ। ਮਹਾਰਾਜ ਕਹਿੰਦੇ ਪੜ੍ਹ ਪੁਸਤਕ ਸੰਧਿਆ ਬਾਦੰ। ਹਜੂਰ ਕਹਿੰਦੇ ਨੇ ਪੁਸਤਕਾਂ ਨੂੰ ਪੜ੍ਹਦੇ ਹੋ ਤੇ 3 ਪ੍ਰਕਾਰ ਦੀ ਸੰਧਿਆ ਕਰਦੇ ਹੋ। ਉਸ ਸਮੇਂ ਪੂਜਾ ਪਾਠ ਕਰਦੇ ਹੋ, ਪਰ ਮਹਾਰਾਜ ਕਹਿੰਦੇ ਬਾਦੰ ਝਗੜੇ ਹੀ ਕਰਨ ਵਾਸਤੇ ਕਰਦੇ ਹੋ। ਪੁਸਤਕਾਂ ਪੜ੍ਹਨੀਆਂ ਹੁੰਦੀਆਂ ਆਪਣੇ ਮਨ ਨੂੰ ਸਮਝਾਉਣ ਲਈ, ਪਰ ਤੁਸੀਂ ਬਾਦੰ ਝਗੜਿਆਂ ਲਈ ਹੀ ਪੜ੍ਹਦੇ ਹੋ। ਫਿਰ ਮਹਾਰਾਜ ਕਹਿੰਦੇ ਪੜ੍ਹ ਪੁਸਤਕ ਸੰਧਿਆ ਬਾਦੰ। ਪੜ੍ਹਦੇ ਹੋ ਪੁਸਤਕਾਂ ਦੇ ਤਾਈਂ ਤੇ ਸੰਧਿਆ ਕਰਦੇ ਹੋ। ਮਹਾਰਾਜ ਕਹਿੰਦੇ ਬਾਦੰ ਸਭ ਵਿਅਰਥ ਹੀ ਹੈ ਜਿੰਨਾ ਚਿਰ ਸੱਚਾ ਨਾਮ ਨਹੀਂ ਜਪਦੇ। ਸਿਲ ਪੂਜਸ ਬਗੁਲ ਸਮਾਧੰ। ਫਿਰ ਸਿਲ ਦੀ ਪੱਥਰ ਦੀ ਪੂਜਾ ਕਰਦੇ ਹੋ, ਤੇ ਉਹ ਸਿਲ ਜਿਹੜਾ ਸਾਧ ਸੰਗਤ ਜੀ ਗੰਡਕਾ ਨਦੀ ਦਾ ਪੱਥਰ, ਜਿਹਨੂੰ ਬ੍ਰਿੰਦਾ ਰਾਖਸ਼ਣੀ ਨੇ ਸਰਾਪ ਦਿੱਤਾ ਸੀ। ਵਿਸ਼ਨੂੰ ਨੇ ਜਲੰਧਰ ਦਾ ਰੂਪ ਧਾਰ ਕੇ ਸੱਤ ਤੋੜਨਾ ਚਾਹਿਆ ਨਾ, ਤੇ ਉਹਦੇ ਜਦੋਂ ਸਪਰਸ਼ ਕੀਤਾ ਉਹ ਜਤ ਦੀ ਸ਼ਕਤੀ ਕਰਕੇ ਵਿਸ਼ਨੂੰ ਪ੍ਰਗਟ ਹੋ ਗਿਆ। ਉਹ ਕਹਿੰਦੀ ਜਾ ਜਾ ਕਰਕੇ ਪੱਥਰ ਬਣ। ਇਸ ਤਰ੍ਹਾਂ ਉਹ ਗੰਡਕਾ ਨਦੀ ਦਾ ਪੱਥਰ, ਉਹਨੂੰ ਇਸ ਕਰਕੇ ਠਾਕੁਰ ਕਹਿੰਦੇ ਆ। ਤੇ ਉਹ ਪੱਥਰ ਦੀ ਪੂਜਾ ਕਰਦੇ ਆ। ਜਦੋਂ ਮਹਾਰਾਜ ਕਹਿੰਦੇ ਸਿਲ ਪੂਜਸ, ਪੱਥਰ ਦੇ ਪੂਜਕ ਹੋ, ਤੇ ਪੱਥਰ ਵਰਗਾ ਹੀ ਮਹਾਰਾਜ ਕਹਿੰਦੇ ਗੋਪਾਲ ਦੱਤ ਸਖਤ ਮਨ ਹੋ ਗਿਆ, ਦਇਆ ਨਹੀਂ ਰਹੀ ਹੈ ਮਨ ਦੇ ਅੰਦਰ। ਤੇ ਬਗਲ ਸਮਾਧੰ, ਬਗਲੇ ਦੀ ਤਰ੍ਹਾਂ ਸਮਾਧੀ ਲਾਉਨੇ ਆ। ਜਿਵੇਂ ਬਗਲੇ ਸਮਾਧੀ ਲਾਉਂਦੇ ਆ ਨਾ, ਲੱਤ ਭਾਰ ਖਲੋਤੇ ਹੁੰਦੇ ਇੱਕ ਲੱਤ ਦੇ ਭਾਰ, ਪਰ ਜਦੋਂ ਡੱਡੀ ਮੱਛੀ ਆਉਂਦੀ ਹੈ ਨਾਲ ਹੀ ਮਾਰਦੇ ਆ, ਚੁੰਝ ਤੇ ਚੱਕ ਲੈਂਦੇ ਆ। ਮਹਾਰਾਜ ਕਹਿੰਦੇ ਐਵੇਂ ਅੱਖਾਂ ਮੀਟਦੇ ਹੋ ਝੂਠੀ ਮੁੱਠੀ, ਤੇ ਜਿਹੜਾ ਪੈਸੇ ਚੜਾ ਰਿਹਾ ਹੁੰਦਾ ਤੁਹਾਡਾ ਧਿਆਨ ਤਾਂ ਮਾਇਆ ਵਿੱਚ ਹੁੰਦਾ ਵੀ ਕਿੰਨੀ ਕੁ ਚੜ ਗਈ ਹੈ, ਚੜਾਵਾ ਕਿੰਨਾ ਕੁ ਆ ਗਿਆ ਹੈ। ਮਹਾਰਾਜ ਕਹਿੰਦੇ ਬਗਲੇ ਵਰਗੀਆਂ ਸਮਾਧੀਆਂ ਲਾਉਨੇ ਹੋ, ਅੰਦਰ ਤਾਂ ਸ਼ਾਂਤੀ ਨਹੀਂ ਆਈ। ਸਿਲ ਪੂਜਸ ਬਗਲ ਸਮਾਧੰ। ਮਹਾਰਾਜ ਕਹਿੰਦੇ ਸਿਲ ਪੱਥਰ ਦੀ ਪੂਜਾ ਕਰਦੇ ਹੋ ਤੇ ਬਗਲ ਕਿਨਾਰੇ ਹੋ ਕਰਕੇ, ਬਗਲ ਦਾ ਅਰਥ ਹੁੰਦਾ ਕਿਨਾਰੇ ਵੀ, ਤੇ ਬਗਲ ਕਿਨਾਰੇ ਹੋ ਕਰਕੇ ਸਮਾਧੀ ਲਾ ਕੇ ਬੈਠਦੇ ਹੋ ਵੀ ਬਾਬਾ ਜੀ ਦੀ ਬੜੀ ਸਮਾਧੀ ਲੱਗੀ ਹੈ। ਪਰ ਅੰਦਰ ਤਾਂ ਇਹ ਭਾਵਨਾ ਬਣੀ ਹੋਈ ਹੈ ਵੀ 4 ਚੇਲੇ ਆ ਕੇ ਬਹਿ ਗਏ ਹੁਣੇ ਹੁਣ ਤਾਂ ਦੁਆਲੇ ਵੀ ਬਾਬਾ ਜੀ ਤਾਂ ਬੜੀ ਸਮਾਧੀ ਲੀਨ ਹੈ। ਇਹ ਵੱਖਰੇ ਹੋ ਕੇ ਸਮਾਧੀਆਂ ਲਾਉਨੇ ਹੋ। ਸਿਲ ਪੂਜਸ ਬਗਲ ਸਮਾਧੰ। ਮਹਾਰਾਜ ਕਹਿੰਦੇ ਪੱਥਰ ਦੀ ਪੂਜਾ ਕਰਦੇ ਹੋ ਤੇ ਉੱਥੇ ਹੀ ਪੱਥਰ ਨੂੰ ਬਗਲ, ਕੱਛ ਵਿੱਚ ਕਿਸੇ ਚੀਜ਼ ਨੂੰ ਮਾਰਿਆ ਹੋਵੇ ਤੇ ਹਿੰਦੀ ਵਿੱਚ ਕਹਿੰਦੇ ਬਗਲ ਮੈਂ ਕਿਆ ਹੈ, ਤੇ ਮਹਾਰਾਜ ਕਹਿੰਦੇ ਬਗਲ ਵਿੱਚ ਉਸੇ ਕੱਛ ਵਿੱਚ ਪੱਥਰ ਨੂੰ ਲਵੇਟ ਕੇ ਤੇ ਫਿਰ ਤੁਰ ਪੈਂਦੇ ਹੋ ਤੇ ਸਮਾਧੀਆਂ ਲਾ ਲਾ ਕੇ ਝੂਠੀਆਂ ਵਿਖਾਉਂਦੇ ਹੋ। ਮੁਖ ਝੂਠ ਵਿਭੂਖਣ ਸਾਰੰ। ਤੇ ਮਹਾਰਾਜ ਕਹਿੰਦੇ ਗੋਪਾਲ ਦੱਤ ਮੁਖ ਤੋਂ ਝੂਠ ਤਾਂ ਐ ਬੋਲਦੇ ਹੋ ਵੀ ਸਾਰ ਸ੍ਰੇਸ਼ਟ ਗਹਿਣਿਆਂ ਦੀ ਤਰ੍ਹਾਂ ਸੱਚ ਬਣਾ ਕੇ ਦਿਖਾ ਦਿੰਦੇ ਹੋ। ਇੰਨਾ ਝੂਠ ਬੋਲਦੇ ਹੋ, ਜੇ ਕੋਈ ਆ ਜੇ ਕੋਲ ਤੇ ਉਹਨੂੰ ਤਾਂ ਫਿਰ ਸੁੱਕਾ ਨਹੀਂ ਜਾਣ ਦਿੰਦੇ, ਹੱਥ ਫੜ ਕੇ ਨਾ ਕੋਈ ਨੁਕਸ ਕੱਢ ਹੀ ਦਿੰਦੇ ਆ ਵੀ ਤੇਰੇ ਤੇ ਤਾਂ ਰਾਹੂ ਭਾਰੂ ਹੈ, ਤੂੰ ਕਿੱਧਰ ਤੁਰਿਆ ਫਿਰਨ ਡਿਆ, ਤੇ ਤਾਂ ਮਸਾਂ ਬਚਣਾ ਤੂੰ ਦਾ। ਫਿਰ ਕੋਈ ਨਾ ਕੋਈ ਸ਼ਨੀ ਦਾ ਕਹਿ ਦਿੰਦੇ, ਅਗਲਾ ਉਹ ਡਰ ਜਾਂਦਾ ਸ਼ਨੀ ਦਾ ਨਾਂ ਸੁਣ ਕੇ ਵੀ ਅੱਛਾ ਸ਼ਨੀ ਭਾਰੂ ਹੈ। ਫਿਰ ਮਹਾਰਾਜ ਕਹਿੰਦੇ ਵੀ ਉਹਨੂੰ ਦੱਸ ਦਿਓ ਉਪਾਅ ਕੀ ਹੁੰਦੇ ਆ, ਵੀ ਮੈਨੂੰ ਇੰਨੇ ਪੈਸੇ ਚੜਾ ਤੇ ਮੈਂ ਤੇਰਾ ਬਚਾਅ ਕਰਦਾ। ਫਿਰ ਤੇ ਜੇ ਕਿਸੇ ਨੂੰ ਦੱਸ ਦੇਣ ਵੀ ਸਾੜ ਸਤੀ ਆ, ਉਹਦਾ ਤੇ ਸਾਹ ਹੀ ਸੁੱਕ ਜਾਂਦਾ ਹੈ। ਮਹਾਰਾਜ ਕਹਿੰਦੇ ਐਵੇਂ ਤੁਸੀਂ ਝੂਠ ਬੋਲਦੇ ਹੋ, ਇਹ ਝੂਠ ਹੀ ਹੈ ਸਾਰਾ ਕੁਝ, ਤੇ ਉਹਨੂੰ ਬਣਾ ਕੇ ਸੱਚ ਵਿਖਾਉਂਦੇ ਹੋ। ਮੁਖ ਝੂਠ ਵਿਭੂਖਣ ਸਾਰੰਗ। ਵਿਭੂਖਣ ਕਹਿੰਦੇ ਗਹਿਣਿਆਂ ਨੂੰ, ਹੋਵੇ ਤੇ ਮੁਲੰਮੇ ਦਾ ਗਹਿਣਾ ਨਕਲੀ ਪਿੱਤਲ,
ਤੇ ਉੱਤੇ ਝਾਲ ਫੇਰ ਕਰਕੇ ਵਿਖਾਵੇ ਤੇ ਕਹੇ ਵੀ ਇਹ ਸੋਨਾ ਹੈ ਪਿਓਰ, ਇਹ ਤਾਂ ਬਿਲਕੁਲ ਅਸਲੀ ਹੈ। ਮਹਾਰਾਜ ਕਹਿੰਦੇ ਗੱਲਾਂ ਤੁਹਾਡੀਆਂ ਝੂਠੀਆਂ ਤੇ ਬਾਹਰੋਂ ਸੱਚ ਬਣਾ ਬਣਾ ਕਰਕੇ ਵਿਖਾਉਨੇ ਆ। ਜਿਵੇਂ ਸਾਧ ਸੰਗਤ ਜੀ ਉਹ ਗੱਲਾਂ ਆਉਂਦੀਆਂ ਬਹੁਤ ਸਾਰੀਆਂ। ਵਜ਼ੀਰ ਨਾ ਖੁਸ਼ਾਮਦ ਕਰਦਾ ਹੋਇਆ ਉਹ ਆਪਣੇ ਰਾਜੇ ਕੋਲ ਖੜਾ, ਰਾਜੇ ਨੇ ਪੁੱਛਿਆ ਵਜ਼ੀਰ ਸਾਹਿਬ ਇਹ ਤੇਰੀਆਂ ਤਲੀਆਂ ਤੇ ਵਾਲ ਕਿਉਂ ਨਹੀਂ ਹੈਗੇ? ਵਜ਼ੀਰ ਨੂੰ ਕਹਿੰਦੇ ਤੇਰੀਆਂ ਤਲੀਆਂ ਤੇ ਵਾਲ ਕਿਉਂ ਨਹੀਂ? ਤੇ ਵਜ਼ੀਰ ਕਹਿੰਦਾ ਮਹਾਰਾਜ ਤੁਸੀਂ ਦਾਤਾਂ ਬੜੀਆਂ ਦਿੰਨੇ ਆ ਤੇ ਲੈ ਲੈ ਕੇ ਸਾਡੀਆਂ ਤਲੀਆਂ ਦੇ ਵਾਲ ਘਸ ਗਏ। ਸੱਚ ਤੇ ਇਹ ਵੀ ਤਲੀ ਤੇ ਕੇਸ ਹੁੰਦੇ ਹੀ ਨਹੀਂ, ਤੇ ਪਰ ਵੇਖੋ ਸੱਚ ਬਣਾ ਕੇ ਦੱਸ ਰਿਹਾ ਹੈ ਕਿ ਮਹਾਰਾਜ ਤੁਸੀਂ ਦਾਤਾਂ ਬੜੀਆਂ ਦਿੰਨੇ ਆ ਤੇ ਲੈ ਲੈ ਕੇ ਘਸ ਗਏ ਆ ਕੇਸ ਹੱਥਾਂ ਦੇ। ਤੇ ਕਹਿੰਦਾ ਵਜ਼ੀਰ ਸਾਹਿਬ ਮੇਰੇ ਹੱਥਾਂ ਤੇ ਕਿਉਂ ਨਹੀਂ ਫਿਰ ਹੈਗੇ? ਕਹਿੰਦਾ ਮਹਾਰਾਜ ਤੁਸੀਂ ਦੇ ਦੇ ਕੇ ਘਸਾ ਛੱਡੇ ਆ, ਇੰਨਾ ਦਿੰਨੇ ਆ ਤੁਸੀਂ। ਫਿਰ ਕਹਿੰਦਾ ਵੀ ਲੋਕਾਂ ਦੇ ਕਿਉਂ ਨਹੀਂ ਹੈਗੇ ਆ ਸਾਰੇ? ਕਹਿੰਦਾ ਮਹਾਰਾਜ ਇਹਨਾਂ ਨੂੰ ਮਿਲਦਾ ਕੱਖ ਨਹੀਂ, ਐਵੇਂ ਹੱਥ ਮਲਦੇ ਰਹਿੰਦੇ ਆ ਤਾਂ ਇਹਨਾਂ ਨੇ ਮਲ ਮਲ ਕੇ ਹੱਥ ਘਸਾ ਛੱਡੇ ਆ। ਇਸ ਤਰ੍ਹਾਂ ਦੀਆਂ ਗੱਲਾਂ ਨੂੰ ਝੂਠੀਆਂ ਨੂੰ ਸੱਚੀਆਂ ਕਰ ਕਰਕੇ ਸਾਬਤ ਕਰਦੇ ਆ। ਮਹਾਰਾਜ ਜੀ ਕਹਿੰਦੇ ਭਾਈ ਇਉਂ ਤੁਸੀਂ ਨਾ ਰਾਹੂ ਕੇਤੂ ਦੋ ਬੈਲ ਹਮਾਰੇ 60 ਸਤੀ ਹੈ ਖੇਤੀ ਤੇ ਪੱਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆਵੇ ਛੇਤੀ। ਇਵੇਂ ਝੂਠੀਆਂ ਗੱਲਾਂ ਨੂੰ ਬੜੇ ਸ੍ਰੇਸ਼ਟ ਸੱਚ ਬਣਾ ਬਣਾ ਕਰਕੇ ਅਸਲੀ ਗਹਿਣਿਆਂ ਦੀ ਤਰ੍ਹਾਂ ਪੇਸ਼ ਕਰਦੇ ਹੋ। ਤ੍ਰੈਪਾਲ ਤਿਹਾਲ ਵਿਚਾਰੰ, ਤ੍ਰੈਪਾਲ ਤਿੰਨਾਂ ਲੋਕਾਂ ਨੂੰ ਜਿਹੜਾ ਪਾਲਣ ਵਾਲਾ ਹੈ ਨਾ, ਤ੍ਰੇਹਾਲ ਫਿਰ ਪੜੋ। ਤ੍ਰੈਪਾਲ ਤਿਹਾਲ ਵਿਚਾਰੰ, ਤੇ ਹਾਲ ਤੇਰਾ ਜਿਹੜਾ ਹਾਲ ਹੈ ਨਾ ਉਹ ਤੇਰੇ ਹਾਲ ਨੂੰ ਵੇਖ ਰਿਹਾ ਹੈ ਤਿੰਨਾਂ ਲੋਕਾਂ ਦਾ ਪਾਲਕ ਤੇ ਵਿਚਾਰ ਕਰ ਰਿਹਾ ਵੀ ਤੂੰ ਕਿਹੋ ਜਿਹੇ ਕਰਮ ਕਰ ਰਿਹਾ ਹੈ। ਤਿੰਨਾਂ ਲੋਕਾਂ ਦਾ ਪਾਲਕ ਜਿਹੜਾ ਨਾ ਤ੍ਰਿਪਾਲ ਤਿਹਾਲ ਵਿਚਾਰੰ, ਉਹ ਤੇਰੇ ਕਰਮਾਂ ਦੇ ਤਾਈ ਮਹਾਰਾਜ ਕਹਿੰਦੇ ਵੇਖ ਰਿਹਾ, ਤੇਰੀ ਹਾਲਤ ਦੇ ਤਾਈ ਵੇਖ ਰਿਹਾ। ਇਸੇ ਪ੍ਰਕਾਰ ਹੀ ਤ੍ਰੈਪਾਲ ਤਿਹਾਲ ਵਿਚਾਰੰ, ਤ੍ਰਿਪਾਲ ਤੋਂ ਹੁੰਦਾ ਤਿੰਨ ਚਰਨ, ਤਿੰਨ ਚਰਨਾਂ ਵਾਲੀ ਹੈ ਗਾਇਤਰੀ। ਮਹਾਰਾਜ ਕਹਿੰਦੇ ਭਾਈ ਗਾਇਤਰੀ ਮੰਤਰ ਜਿਹੜੇ ਤਿੰਨ ਚਰਨ ਮੰਨੇ ਹੋਏ ਐ ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਤੁਸੀਂ ਤਿੰਨੇ ਸਮੇਂ ਬਹੁਤ ਜ਼ਿਆਦਾ ਵਿਚਾਰਦੇ ਆ। ਤ੍ਰਿਹਾਲ ਭਾਵ ਤਿੰਨਾਂ ਸਮਿਆਂ ਦੇ ਵਿੱਚ, ਤਿਹਾਲ ਭਾਵ ਤਿੰਨਾਂ ਸਮਿਆਂ ਵਿੱਚ ਤੁਸੀਂ ਉਹਨੂੰ ਵਿਚਾਰਦੇ ਆ, ਪੜ੍ਹਦੇ ਆ ਜਿਹੜਾ ਗਾਇਤਰੀ ਮੰਤਰ ਹੈ। ਗਲ ਮਾਲਾ ਤਿਲਕ ਲਿਲਾਟ, ਫਿਰ ਗਲ ਵਿੱਚ ਰੁਦਰਾਖ ਦੀ ਮਾਲਾ ਪਾਉਣੀ ਬੜੀ ਸੁੱਚੀ ਸਮਝਦੇ ਆ। ਗਲ ਮਾਲਾ ਤਿਲਕ ਲਲਾਟੰ, ਤੇ ਲਲਾਟ ਮੱਥੇ ਦੇ ਉੱਤੇ ਤਿਲਕ ਲਾਉਂਦੇ ਆ ਜਿਵੇਂ 12 ਤਿਲਕ ਆਦਿਕ ਹੋਰ ਇਹ ਕਈ ਮੰਤਰ ਪੜ੍ਹ ਪੜ੍ਹ ਕੇ ਨਾਲ ਨਾਮ ਲੈ ਲੈ ਕਰਕੇ ਫਿਰ ਤਿਲਕ ਲਾਉਂਦੇ ਆ। ਇਹ ਮਹਾਰਾਜ ਜੀ ਕਹਿੰਦੇ ਭਾਈ ਮੱਥੇ ਤੇ ਜਿਹੜਾ ਤਿਲਕ ਲਾਉਂਦੇ ਤੇ ਗਲ 'ਚ ਮਾਲਾ ਪਾਉਂਦੇ ਹੋ ਵੱਡੀ ਸਾਰੀ। ਦੋਏ ਧੋਤੀ ਵਸਤਰ ਕਪਾਟੰ, ਤੇ ਦੋ ਧੋਤੀਆਂ ਕੋਲ ਰੱਖਦੇ ਆ, ਇੱਕ ਸੁੱਕੀ ਤੇ ਪਈ ਨਹਾ ਕੇ ਤੇ ਸੁੱਕੀ ਸੁੱਚੀ ਪਹਿਨ ਲਾਣੀ ਤੇ ਬਸਤਰ ਕਪਾਟੰ। ਇੱਕ ਸਾਧ ਸੰਗਤ ਜੀ ਤੌਲੀਏ ਨਮਾਂ ਦਾ ਜਿਹੜਾ ਬਸਤਰ ਹੁੰਦਾ ਨਾ ਗਿੱਲਾ ਕਰਕੇ ਇਹ ਆਪਣੇ ਕਪਾਟ ਮਸਤਕ ਦੇ ਉੱਤੇ ਦੱਸੇ ਦਸਵਾਂ ਦਵਾਰ ਆ ਉੱਥੇ ਵਿਚਕਾਰ ਰੱਖਦੇ ਆ ਤੇ ਦਸਮ ਦਵਾਰ ਦੀ ਜਿਹੜੀ ਗਰਮੈਸ਼ ਹੈ ਨਾ ਉਹ ਸ਼ਾਂਤ ਰਹੇ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਵੀ ਦੋ ਧੋਤੀਆਂ ਰੱਖਦੇ ਹੋ ਤੇ ਜਿਹੜਾ ਬਸਤਰ ਵੈ ਉਹ ਮਹਾਰਾਜ ਕਹਿੰਦੇ ਭਾਈ ਦਸਮ ਦਵਾਰ ਦੇ ਵਿੱਚ ਗਿੱਲਾ ਕਰਕੇ ਰੱਖਦੇ ਹੋ ਵੀ ਗਰਮੈਸ਼ ਜਿਹੜੀ ਉਹ ਸ਼ਾਂਤ ਰਹੇ। ਤੇ ਇਸ ਪ੍ਰਕਾਰ ਕਪਾਟੰ ਮਹਾਰਾਜ ਕਹਿੰਦੇ ਜਿਹੜਾ ਪਾਟ ਰੇਸ਼ਮ ਦਾ ਬਸਤਰ ਹੁੰਦਾ ਉਸ ਦੇ ਪੈਰ ਦਿਖਾਵੇ ਲਈ ਉਹਨੂੰ ਪਹਿਰਦੇ ਹੋ। ਜੇ ਜਾਣਸ ਬ੍ਰਹਮੰ ਕਰਮੰ, ਜੇ ਮਹਾਰਾਜ ਕਹਿੰਦੇ ਜਾਣੋ ਨਾ ਬ੍ਰਹਮ ਨੂੰ ਮਿਲਣ ਦਾ ਕੋਈ ਕਰਮ ਹੈ ਇਹ ਮਹਾਰਾਜ ਜੀ ਕਹਿੰਦੇ ਇਹ ਤਾਂ ਬ੍ਰਹਮ ਨੂੰ ਮਿਲਣ ਦਾ, ਪਰਮੇਸ਼ਰ ਨੂੰ ਮਿਲਣ ਦਾ ਕੋਈ ਕਰਮ ਨਹੀਂ ਹੈ। ਸਭ ਫੋਕਟ ਨਿਸ਼ਚੈ ਕਰਮੰ, ਨਿਸ਼ਚੈ ਕਰਕੇ ਜਾਣ ਲਓ ਸਭ ਇਹ ਫੋਕਟ ਵੈ, ਖਾਲੀ ਹੈ। ਬਾਹਰੋਂ ਮਾਲਾ ਪਾ ਕੇ ਦਿਖਾਵਾ ਕਰਨਾ, ਵੇਖੋ ਮਾਲਾ ਭਗਤਾਂ ਦੀ ਨਾਮ ਜਪਣ ਦੀ ਪ੍ਰਤੀਕ ਹੈ ਪਰ ਜੇ ਵਿਖਾਵੇ ਤਾਂ ਫਿਰ ਮਹਾਰਾਜ ਕਹਿੰਦੇ ਜੋ ਕੁਝ ਤੁਸੀਂ ਕਰਦੇ ਹੋ ਨਾ ਕਿਰਿਆ ਗਾਇਤਰੀ ਮੰਤਰ ਪੜ੍ਹਦੇ ਹੋ, ਫਿਰ ਮਹਾਰਾਜ ਜੀ ਕਹਿੰਦੇ ਸੰਧਿਆ ਕਰਦੇ ਹੋ, ਪੁਸਤਕਾਂ ਪੜ੍ਹਦੇ ਹੋ, ਇਹ ਸਮਾਧੀਆਂ ਲਾਉਨੇ ਹੋ, ਸਭ ਫੋਕਟ ਨਿਸ਼ਚੈ ਕਰਮੰ। ਨਿਸ਼ਚੈ ਕਰਕੇ ਜਾਣ ਲਓ ਵਾਹਿਗੁਰੂ ਦੇ ਚਰਨਾਂ ਨਾਲ ਜਿੰਨਾ ਚਿਰ ਪ੍ਰੀਤ ਨਹੀਂ ਲੱਗੀ, ਨਾਮ ਨਹੀਂ ਜਪਿਆ, ਮਹਾਰਾਜ ਕਹਿੰਦੇ ਸਭ ਫੋਕਟ ਧਰਮ ਹੈ, ਖਾਲੀ ਹੈ, ਕੋਈ ਕੌਡੀ ਕੰਮ ਨਹੀਂ ਆਉਣਗੇ।
कहो नानक निहचो ध्यावा। ਹਜ਼ੂਰ ਕਹਿੰਦੇ ਜਿਹੜਾ ਨਿਸ਼ਚੈ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਵੇਗਾ, ਗੋਪਾਲ ਦੱਤ ਪੰਡਤ ਪ੍ਰੀਤ ਲਾ ਕਰਕੇ ਜਪੇਗਾ ਤੇ ਨਿਸ਼ਚਾ ਰੱਖੇਗਾ ਪਰਮੇਸ਼ਰ ਦੇ ਉੱਪਰ। ਬਿਨ ਸਤਿਗੁਰ ਵਾਟ ਨ ਪਾਵਾ। ਮਹਾਰਾਜ ਜੀ ਕਹਿੰਦੇ ਉਹਨੂੰ ਮੁਕਤ ਮਿਲੂਗੀ ਪਰ ਬਿਨ ਸਤਿਗੁਰ ਬਾਟ ਨਾ ਪਾਵੇ। ਸਤਿਗੁਰੂ ਜੀ ਤੋਂ ਬਿਨਾ ਬਾਟ ਰਸਤਾ ਨਹੀਂ ਕੋਈ ਪਾ ਸਕਦਾ। ਮੁਕਤ ਦਾ ਰਾਹ ਤਾਂ ਕੇਵਲ ਸਤਿਗੁਰੂ ਦਰਸਾਉਂਦੇ ਐ। ਸਤਿਗੁਰੂ ਜੀ ਦੇ ਚਰਨੀ ਲੱਗ ਕਰਕੇ ਹੀ ਮੁਕਤੀ ਦਾ ਰਾਹ ਜਿਹੜਾ ਉਹ ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਬਾਹਰੋਂ ਸਾਰੇ ਫੋਕਟ ਕਰਮ ਹਨ। ਜਦੋਂ ਸਤਿਗੁਰੂ ਜੀ ਪ੍ਰਾਪਤ ਹੋਣ ਤੇ ਫਿਰ ਪਰਮਾਰਥ ਦਾ ਬਾਟ ਰਸਤਾ ਲੱਭਦਾ ਹੈ। ਤੇ ਮਹਾਰਾਜ ਜੀ ਕਹਿੰਦੇ ਫਿਰ ਜੀਵ ਨਿਸ਼ਚੈ ਕਰਕੇ ਵਾਹਿਗੁਰੂ ਨੂੰ ਜਦੋਂ ਧਿਆਉਂਦੇ ਐ ਤਾਂ ਮੁਕਤੀ ਦਾ ਪ੍ਰਸਾਦ ਪ੍ਰਾਪਤ ਹੁੰਦਾ ਹੈ। ਇਹ ਗੋਪਾਲ ਦੱਤ ਨੇ ਮਹਾਰਾਜ ਦੀ ਸਿੱਖੀ ਧਾਰਨ ਕੀਤੀ ਸੀ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਸਥਾਨ ਤੇ ਧਰਮਸ਼ਾਲਾ ਉਦੋਂ ਕਾਇਮ ਹੋਈ ਜਿੱਥੇ ਫਿਰ ਭਾਈ ਗੁਰਦਾਸ ਸਾਹਿਬ ਜੀ ਵੀ ਜਾ ਕਰਕੇ ਰਹੇ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਰਚੀ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹਦੇ ਪੋਤਰੇ ਸੀ ਗੋਪਾਲ ਦੱਤ ਦੇ, ਪੰਡਤ ਹਰੀ ਲਾਲ ਕ੍ਰਿਸ਼ਨ ਲਾਲ, ਇਹਨਾਂ ਦੇ ਪ੍ਰਥਾਏ ਮਹਾਰਾਜ ਜੀ ਨੇ ਫਿਰ ਸਹਿਸਕ੍ਰਿਤੀ ਬਾਣੀ ਉਚਾਰਨ ਕੀਤੀ ਸੀ। ਇਹ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਇਹ ਲੈ ਕੇ ਆਏ ਸੀ ਉਦੋਂ ਸਤਿਗੁਰਾਂ ਜੀ ਦੇ ਕੋਲ, ਤੇ ਮਹਾਰਾਜ ਜੀ ਨੇ ਉੱਠ ਕੇ ਬਾਣੀ ਆਈ ਜਾਣ ਕੇ ਸਤਿਗੁਰਾਂ ਨਮਸਕਾਰ ਕੀਤੀ ਸੀ ਬਾਣੀ ਦੇ ਸ਼ਬਦਾਂ ਨੂੰ। ਇਹ ਸਤਿਗੁਰਾਂ ਜੀ ਨੇ ਗੋਪਾਲ ਦੱਤ ਨੂੰ ਸਿੱਖੀ ਦਿੱਤੀ ਸੀ ਇਹ ਸ਼ਬਦ ਬਖਸ਼ ਕੇ। ਪੌੜੀ ਦੁਆਰਾ ਮਹਾਰਾਜ ਜੀ ਫਰਮਾਉਂਦੇ ਹਨ, ਕੱਪੜ ਰੂਪ ਸੁਹਾਵਣਾ। ਮਹਾਰਾਜ ਜੀ ਕਹਿੰਦੇ ਜਿਹੜੇ ਕੱਪੜੇ ਸੋਹਣੇ ਸੋਹਣੇ ਪਾਉਣੇ ਹਨ ਬਹੁਤ ਜ਼ਿਆਦਾ। ਕਈ ਕੱਪੜਿਆਂ ਦੇ ਪਾਉਣ 'ਚ ਸਾਧ ਸੰਗਤ ਜੀ ਕਿਆ ਅਲਮਾਰੀਆਂ ਹੀ ਭਰ ਛੱਡੀਆਂ ਹੁੰਦੀਆਂ ਹਨ। ਤੇ ਇੰਨਾ ਜ਼ਿਆਦਾ ਕੱਪੜੇ ਫਿਰ ਜਿਹੜੇ ਉਹ ਪੁਰਾਣੇ ਆ ਉਹ ਤਾਂ ਪਾਉਂਦੇ ਹੀ ਨਹੀਂ। ਨਵੇਂ ਫੈਸ਼ਨ ਗਾਂਹ ਆ ਗਏ, ਹੋਰ ਦੇ ਹੋਰ ਫੈਸ਼ਨ ਆ ਗਏ, ਉਹਨਾਂ ਕੱਪੜਿਆਂ ਨੂੰ ਪਾਉਣ 'ਚ ਹੀ ਲੱਗੇ ਰਹਿੰਦੇ ਆ। ਇਹ ਨਹੀਂ ਸਮਝ ਲੱਗਦੀ ਵੀ ਕਿਹੜਾ ਕੱਪੜਾ ਪਾਈਏ। ਕਦੀ ਪਾ ਕੇ ਚਾਰ ਬਦਲ ਕੇ ਫਿਰ ਪਾਉਂਦੇ ਆ ਵੀ ਨਹੀਂ ਇਹ ਸੋਹਣਾ ਲੱਗਦਾ ਕਿ ਉਹ ਸੋਹਣਾ ਲੱਗਦਾ ਸੀ। ਕਈਆਂ ਦੀਆਂ ਰਾਏ ਲੈਂਦੇ ਆ, ਫਿਰ ਸ਼ੀਸ਼ੇ ਮੂਹਰੇ ਖਲੋ ਕਰਕੇ ਵਹਿੰਦੇ ਰਹਿੰਦੇ ਆ। ਤੇ ਜਿਹੜਾ ਰੂਪ ਸੋਹਣਾ ਬਣਾਉਣਾ ਬਾਹਰੋਂ ਭਾਵੇਂ ਕਾਲਾ ਹੀ ਹੋਵੇ ਤੇ ਫਿਰ ਪਾਊਡਰ ਕਰੀਮਾਂ ਲਾ ਕਰਕੇ ਕਈ ਬੜਾ ਜ਼ਿਆਦਾ ਸੋਹਣਾ ਮਹਾਰਾਜ ਕਹਿੰਦੇ ਭਾਈ ਜਿਹੜਾ ਬਣਾਉਂਦੇ ਆਪਣੇ ਆਪ ਨੂੰ ਛੱਡ ਦੁਨੀਆ ਅੰਦਰ ਜਾਵਣਾ। ਇਹ ਤਾਂ ਸਾਰਾ ਕੁਝ ਹੀ ਮਹਾਰਾਜ ਕਹਿੰਦੇ ਦੁਨੀਆ ਦੇ ਅੰਦਰ ਹੀ ਛੱਡ ਕਰਕੇ ਚਲੇ ਜਾਣਾ ਹੈ। ਜਦੋਂ ਸੰਸਕਾਰ ਤੇਰੀ ਦੇਹ ਹੀ ਸੰਸਕਾਰ ਹੋ ਜਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਰੂਪ ਨੂੰ ਤੂੰ ਬੜਾ ਜ਼ਿਆਦਾ ਸ਼ਿੰਗਾਰ ਰਿਹਾ ਨਾ, ਬਿਨ ਸੇ ਕੋ ਰੂਪ ਦੇਖੈ ਸਭ ਦੁਨੀਆ। ਬਿਨ ਸਜਾਵੇਗਾ ਤੇਰਾ ਇਹ ਰੂਪ ਤੇ ਵੇਖੇਗੀ ਸਾਰੀ ਦੁਨੀਆ। ਜਦੋਂ ਲੱਟ ਕਰਦੀ ਅੱਗ ਬਲੀ ਤਾਂ ਫਿਰ ਤੇਰਾ ਸਰੀਰ ਸਾਰਾ ਹੀ ਜਲ ਜਾਣਾ। ਕੀ ਤੂੰ ਐਵੇਂ ਰੂਪ ਵੇਖਣ ਦੇ ਵਿੱਚ ਸ਼ੀਸ਼ੇ ਮੂਹਰੇ ਕਿੰਨਾ ਸਮਾਂ ਲਗਾ ਦਿੰਨਾ ਹੈ। ਵੇਖ ਲੈ, ਜੇ ਭਜਨ ਨਹੀਂ ਕਰਦਾ ਤੇ ਜਿਹ ਸਿਰ ਰਚ ਬੰਧ ਤਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ। ਫਿਰ ਕਾਂ ਕਦੇ ਉਹਦਾ ਖੋਪੜੀਆਂ ਤੇ ਆਪਣੀਆਂ ਚੁੰਝਾਂ ਸਵਾਰਦੇ ਐ। ਜੇ ਤੂੰ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਭਜਨ ਨਹੀਂ ਕਰਦਾ, ਕੱਪੜ ਰੂਪ ਸੁਹਾਵਣਾ, ਸੋਹਣੇ ਸੋਹਣੇ ਕੱਪੜੇ ਪਾਉਣੇ, ਐਵੇਂ ਲਿਸ਼ਕ ਪੁਸ਼ਕ ਚ ਹੀ ਸਦਾ ਰਹਿਣਾ। ਇਹਦਾ ਅਰਥ ਇਹ ਨਹੀਂ ਕਿ ਮਹਾਰਾਜ ਜੀ ਕਹਿੰਦੇ ਗੰਦੇ ਕੱਪੜੇ ਪਾਓ ਜਾਂ ਨਹਾਓ ਹੀ ਨਾ। ਸਤਿਗੁਰੂ ਜੀ ਕਹਿੰਦੇ ਸਾਫ਼ ਸੁਥਰੇ ਰਹੋ ਪਰ ਫੈਸ਼ਨ ਪ੍ਰਸਤੀ ਤੋਂ ਬਚ ਜਾਓ। ਗੁਰੂ ਮਹਾਰਾਜ ਦਾ ਸਿੱਖ ਹੋਵੇ ਤੇ ਫੈਸ਼ਨ ਪ੍ਰਸਤੀ ਕਰੇ, ਇਹ ਠੀਕ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸੋਹਣੇ ਕੱਪੜੇ ਅਤੇ ਜਿਹੜਾ ਦੇਹ ਦਾ ਰੂਪ ਸੋਹਣਾ ਬਣਾਉਣ ਵਿੱਚ ਤੂੰ ਬਹੁਤ ਜ਼ਿਆਦਾ ਲੱਗਾ ਰਹਿਣਾ, ਛੱਡ ਦੁਨੀਆ ਅੰਦਰ ਜਾਵਣਾ। ਇਹ ਸਾਰਾ ਕੁਝ ਹੀ ਦੁਨੀਆ ਵਿੱਚ ਸੰਸਾਰ 'ਚ ਹੀ ਛੱਡ ਕੇ ਚਲੇ ਜਾਣਾ ਹੈ। ਮੰਦਾ ਚੰਗਾ ਆਪਣਾ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਤੂੰ ਮੰਦੇ ਇੱਥੇ ਕਰਮ ਕੀਤੇ ਆ ਨਾ, ਤੇ ਜਾਂ ਚੰਗੇ ਕਰਮ ਪੁੰਨ ਕਰਮ ਕਮਾਏ ਹਨ, ਜੋ ਤੂੰ ਇਹ ਆਪਣੇ ਹੱਥੀਂ ਕਰਮ ਕਮਾਏ ਹਨ, ਆਪੇ ਹੀ ਕੀਤਾ ਪਾਵਣਾ। ਆਪਣਾ ਕਮਾਇਆ ਹੋਇਆ ਤੂੰ ਆਪੇ ਹੀ ਪਾਉਣਾ ਹੈ। ਵੇਖ ਲੈ ਇੱਥੇ ਹੁਣ ਜੇ ਤੂੰ ਪਾਪ ਕਰਮ ਕਰੇਗਾ ਤੇ ਫਿਰ ਇਹ ਤੂੰ ਪਾਉਣਾ ਹੀ ਹੈ ਨਾ ਆਪਣਾ ਕੀਤਾ। ਇਹ ਅੱਗੇ ਜਾ ਕਰਕੇ ਤੂੰ ਇਹਦਾ ਫਲ ਪਾਵੇਂਗਾ। ਜੇ ਕਰਕੇ ਹੁਣ ਤੂੰ ਚੰਗੇ ਕਰਮ ਕਰਦਾ, ਸਤਸੰਗਤ ਕਰਦਾ, ਨਾਮ ਜਪਦਾ ਹੈ, ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ ਕਿ ਤੂੰ ਆਪਣੇ ਕੀਤੇ ਚੰਗੇ ਕਰਮ ਨੂੰ ਫਿਰ ਆਪ ਹੀ ਫਲ ਪਾਵੇਂਗਾ, ਤੈਨੂੰ ਸੁਖ ਫਲ ਪ੍ਰਾਪਤ ਹੋਵੇਗਾ। ਜਿਹੜੇ ਸਿੱਖਾਂ 'ਚ ਜਨਮ ਲੈ ਕੇ ਤੇ ਸਿੱਖਾਂ ਦੀਆਂ ਸਟੇਜਾਂ ਤੇ ਚੜ੍ਹ ਕੇ ਕਹਿੰਦੇ ਵੀ ਅੱਗਾ ਕੱਖ ਨਹੀਂ ਹੈਗਾ, ਬਸ ਇੱਥੇ ਹੀ ਹੈ ਸਭ ਕੁਛ, ਇਹ ਐਵੇਂ ਤੁਹਾਨੂੰ ਭਰਮਾਇਆ ਜਾਂਦਾ। ਸਾਧ ਸੰਗਤ ਜੀ ਉਹ ਗੁਰੂ ਕੀ ਬਾਣੀ ਤੋਂ ਤੋੜਦੇ ਐ।
ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਤੋਂ ਤੋੜਦੇ ਆ। ਜੇ ਅੱਗੇ ਕੁਝ ਵੀ ਨਹੀਂ ਹੈ ਤਾਂ ਦੁਨੀਆ ਵਿੱਚ ਤਾਂ ਅਰਾਜਕਤਾ ਫੈਲ ਜਾਏਗੀ, ਲੋਕ ਤਾਂ ਪਾਪ ਕਰਮ ਵਿੱਚ ਗ੍ਰਸ ਜਾਣਗੇ। ਇਸ ਡਰ ਨਾਲ ਹੀ ਜਿਹੜਾ ਬਚ ਜਾਵੇ ਉਹਦਾ ਵੀ ਭਲਾ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਮੰਦਾ ਚੰਗਾ ਆਪਣਾ। ਜੇ ਮੰਦੇ ਕਰਮ ਕੀਤੇ ਐ, ਚੰਗੇ ਕਰਮ ਕੀਤੇ, ਮਹਾਰਾਜ ਕਹਿੰਦੇ ਜੋ ਆਪਣ ਹੱਥੀਂ ਕੀਤੇ ਹੈ ਤੂੰ ਆਪੇ ਹੀ ਕੀਤਾ ਪਾਵਣਾ। ਆਪਣਾ ਕੀਤਾ ਹੋਇਆ ਕਰਮ ਸਤਿਗੁਰੂ ਜੀ ਕਹਿੰਦੇ ਆ ਫਲ ਤੂੰ ਆਪੇ ਹੀ ਪਾਉਣਾ ਹੈ। ਵੇਖ ਲੈ ਹੁਣ ਚੰਗਾ ਕਰਨਾ ਕਿ ਮਾੜਾ ਕਰਨਾ, ਤੂੰ ਆਪ ਸੋਚ, ਉਹਦਾ ਫਲ ਤੈਨੂੰ ਮਿਲੇਗਾ ਜ਼ਰੂਰ। ਹੁਕਮ ਕੀਏ ਮਨ ਭਾਵਦੇ। ਹੁਣ ਇੱਥੇ ਜਿਨ੍ਹਾਂ ਨੇ ਮਨ ਭਾਉਂਦੇ ਹੁਕਮ ਕੀਤੇ ਐ, ਬਹੁਤ ਜ਼ਿਆਦਾ ਮਹਾਰਾਜ ਕਹਿੰਦੇ ਗਰੀਬਾਂ ਦੇ ਉੱਤੇ, ਨਤਾਣਿਆਂ ਦੇ ਉੱਤੇ ਮਨ ਭਾਉਂਦੇ ਹੁਕਮ ਚਾੜੇ ਹਨ। ਰਾਹੇ ਭੀੜਾ ਅੱਗਾ ਜਾਵਣਾ। ਪਰ ਇੱਕ ਗੱਲ ਸੁਣ ਲੈ, ਇੱਥੇ ਤਾਂ ਬਹੁਤ ਹੁਕਮ ਚਾੜੀ ਜਾਂਦਾ, ਰਾਹ ਹੈ ਭੀੜਾ ਅੱਗੇ ਜਾਵਣਾ। ਅੱਗੇ ਜਿਸ ਰਾਹ ਤੇ ਤੂੰ ਜਾਣਾ ਨਾ ਉਹ ਬੜਾ ਭੀੜਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਉਹ ਤਾਂ ਲੇਖਾ ਲੀਜੈ ਤਿਲ ਜਿਉ ਪੀੜੀ। ਉੱਥੇ ਤਿਲ ਵਾਂਗੂ ਪੀੜ ਕਰਕੇ ਮਹਾਰਾਜ ਕਹਿੰਦੇ ਖੰਡੇ ਧਾਰ ਗਲੀ ਅਤ ਭੀੜੀ। ਬਹੁਤੀ ਭੀੜੀ ਗਲੀ ਹੈ, ਬਹੁਤਾ ਉਹ ਭੀੜਾ ਰਸਤਾ ਹੈ ਜਿੱਥੇ ਤੂੰ ਜਾਣਾ ਪਰਲੋਕ ਦੇ ਰਾਹ ਦੇ ਉੱਤੇ। ਰਾਹੇ ਭੀੜਾ ਅੱਗੇ ਜਾਵਣਾ। ਤੇ ਮਨ ਤੋਂ ਮੈਗਲ ਹੋਏ ਰਹੋ, ਨਿਕਸੋ ਕਿਉਂ ਕਰ ਜਾਏ। ਮਨ ਤੇਰਾ ਪਾਪਾਂ ਦੇ ਨਾਲ ਹਾਥੀ ਵਰਗਾ ਭਾਰਾ ਹੋ ਰਿਹਾ, ਦੱਸ ਉਹ ਮੁਕਤੀ ਦੇ ਰਾਹ ਕਿਵੇਂ ਲੰਘੇਗਾ। ਕਿਉਂਕਿ ਮੁਕਤ ਦੁਆਰਾ ਸੰਕੁੜਾ। ਕਬੀਰ ਸਾਹਿਬ ਕਹਿੰਦੇ ਬੜਾ ਛੋਟਾ ਭੀੜਾ ਬੜਾ ਹੈ। ਕਬੀਰ ਜੀ ਕਿੰਨਾ ਕਹਿੰਦੇ ਰਾਈ ਦਸਵੇਂ ਭਾਏ। ਜਿਹੜਾ ਰਾਈ ਦਾ ਦਾਣਾ ਹੁੰਦਾ ਉਹਦੇ ਨਾਲੋਂ ਵੀ 10ਵਾਂ ਹਿੱਸਾ ਬਰੀਕ ਹੈ। ਤੇ ਮਨ ਤੇਰਾ ਹਾਥੀ ਵਰਗਾ ਹੋ ਰਿਹਾ, ਵਿਕਾਰਾਂ ਨੂੰ ਭੋਗ ਭੋਗ ਕੇ ਮਨ ਤੋਂ ਮੈਗਲ ਹੋਏ ਰਹੇ ਹੋ, ਨਿਕਸੋ ਕਿਉਂ ਕਰ ਜਾਏ, ਕਿਵੇਂ ਨਿਕਲੇ ਜਾਊ ਉਹਦੇ ਵਿੱਚ ਦੀ। ਇਸ ਕਰਕੇ ਰਾਹੇ ਭੀੜੇ ਅੱਗੇ ਜਾਵਣਾ। ਮਹਾਰਾਜ ਜੀ ਕਹਿੰਦੇ ਹੁਣ ਤਾਂ ਹੁਕਮ ਕੀਏ ਮਨ ਭਾਵਦੇ। ਮਨ ਭਾਉਂਦੇ ਹੁਕਮ ਚਾੜੀ ਜਾਂਦਾ, ਇਹ ਵੀ ਨਹੀਂ ਵੇਖਦਾ ਕਿ ਅਗਲਾ ਕਰਨ ਜੋਗਾ ਹੈ ਕਿ ਨਹੀਂ ਹੈ। ਗਰੀਬਾਂ ਨੂੰ, ਨਤਾਣਿਆਂ ਨੂੰ ਲਤਾੜੀ ਜਾਂਦਾ ਹੈ। ਕਈਆਂ ਨੂੰ ਸਾਧ ਸੰਗਤ ਜੀ ਜਦੋਂ ਕੁਰਸੀ ਮਿਲ ਜਾਂਦੀ ਅਫਸਰ ਵਾਲੀ ਤੇ ਉਹ ਬਸ ਦਬਕੇ ਮਾਰਨ ਚ, ਰੋਹਬ ਝਾੜਨ ਚ ਹੁਕਮ ਹੀ ਕਰਦੇ ਰਹਿੰਦੇ ਆ। ਜਿਹੜੇ ਮਹਾਰਾਜ ਦੀ ਭੈ ਵਿੱਚ, ਭਾਵਨੀ ਵਿੱਚ ਰਹਿੰਦੇ ਆ, ਸ਼ਰਧਾ ਵਾਲੇ ਗੁਰਸਿੱਖ, ਉਹ ਕਿੱਡੇ ਵੀ ਅਹੁਦੇ ਤੇ ਹੋਣ ਤੇ ਫਿਰ ਵੀ ਗਰੀਬ ਨੂੰ ਝਿੜਕਦੇ ਨਹੀਂ ਹਨ। ਗਰੀਬ ਨੂੰ ਕਦੇ ਵੀ ਉਹ ਸਾਧ ਸੰਗਤ ਜੀ ਇਹੋ ਜਿਹਾ ਹੁਕਮ ਨਹੀਂ ਚਾੜਦੇ ਜਿਹੜਾ ਉਹ ਕਰ ਨਾ ਸਕੇ, ਕਿਉਂਕਿ ਆਪਣੇ ਵਾਂਗ ਸਾਰਿਆਂ ਨੂੰ ਵੇਖਦੇ ਆ। ਇਹ ਸਤਿਗੁਰੂ ਜੀ ਕਹਿੰਦੇ ਹਨ, ਹੁਕਮ ਕੀਏ ਮਨ ਭਾਵਦੇ। ਇੱਥੇ ਜਿਹੜੇ ਮਨ ਭਾਉਂਦੇ, ਜਿਹੜੇ ਹੁਕਮ ਕੀਤੇ ਤੂੰ ਜ਼ਾਲਮ ਬਣ ਕਰਕੇ ਰਾਹੇ ਭੀੜਾ ਅੱਗਾ ਜਾਵਣਾ। ਦੇਖ ਲਾ ਅੱਗੇ ਪਰਲੋਕ ਦੇ ਭੀੜੇ ਰਸਤੇ ਦੇ ਉੱਤੇ ਤੂੰ ਜਾਣਾ, ਬੜਾ ਤੰਗ ਆ, ਉੱਥੋਂ ਨਿਕਲਿਆ ਨਹੀਂ ਜਾਣਾ। ਉਹ ਬੈਤਰਨੀ ਨਦੀ ਦੇ ਉੱਤੇ ਜਿਹੜਾ ਪੁਲ ਲੰਘਾਉਂਦੇ ਆ ਨਾ ਸਾਧ ਸੰਗਤ ਜੀ ਕਹਿੰਦੇ ਪਾਪੀ ਉੱਥੇ ਝੜ ਝੜ ਕੇ ਡਿੱਗ ਜਾਂਦੇ ਆ। ਫਿਰ ਇਸ ਤਰ੍ਹਾਂ ਤੇਰੀ ਹਾਲਤ ਹੋਵੇਗੀ। ਨੰਗਾ ਦੋਜਕ ਚਾਲਿਆ। ਫਿਰ ਮਹਾਰਾਜ ਕਹਿੰਦੇ ਬੇਪਤ ਹੋਇਆ ਤੂੰ, ਨੰਗਾ ਜਿਹੜਾ ਕੱਪੜਿਆਂ ਤੋਂ ਰਹਿਤ ਹੋ ਕਰਕੇ ਦੋਜਕ ਨਰਕਾਂ ਨੂੰ ਚੱਲਿਆ। ਫਿਰ ਇਸ ਪ੍ਰਕਾਰ ਜਦੋਂ ਪਾਪ ਕੀਤੇ, ਨਾ ਤਾਂ ਤੂੰ ਸ਼ਰਮ ਵਿਕਾਰਾਂ ਤੋਂ ਰੱਖੀ, ਨਾ ਸੁਰਤ ਜੋੜੀ ਵਾਹਿਗੁਰੂ ਦੇ ਨਾਲ। ਇਹੀ ਕੱਪੜਾ ਸੀ ਨਾ ਪਰਲੋਕ ਦਾ, ਪਰ ਸ਼ਰਮ ਸੁਰਤ ਦਾ ਤੂੰ ਕੱਪੜਾ ਪਹਿਰਿਆ ਹੀ ਨਹੀਂ ਜਦੋਂ। ਤੇ ਫਿਰ ਮਹਾਰਾਜ ਜੀ ਕਹਿੰਦੇ ਨੰਗਾ ਦੋਜਕ ਚਾਲਿਆ। ਜਦੋਂ ਨੰਗਾ ਦੋਜਕਾਂ ਨੂੰ, ਨਰਕਾਂ ਨੂੰ ਤੋਰ ਲਿਆ, ਤੇਰੇ ਗਲ 'ਚ ਸੰਗਲ ਮਾਰ ਕੇ ਤਾਂ ਦਿਸਾ ਖਰਾ ਡਰਾਵਣਾ। ਤੋ ਉਸ ਸਮੇਂ ਮਹਾਰਾਜ ਕਹਿੰਦੇ ਖਰਾ ਅਤਿਅੰਤ ਹੀ ਡਰਾਵਣਾ ਦਿਸੇਗਾ, ਬੜਾ ਭੈਦਾਇਕ ਦਿਸੇਗਾ। ਸਾਧ ਸੰਗਤ ਜੀ ਜਦੋਂ ਮਨੁੱਖ ਆਪਣੇ ਸਰੀਰ ਨੂੰ ਸ਼ਿੰਗਾਰਦਾ ਤੇ ਸਵਾਰਦਾ ਰਹਿੰਦਾ ਹੈ, ਵੇਖਣ ਨੂੰ ਸੋਹਣਾ ਲੱਗੇ ਤਾਂ ਹੀ ਕਰਦਾ ਰਹਿੰਦਾ ਨਾ। ਮਹਾਰਾਜ ਕਹਿੰਦੇ ਆਪਣੇ ਅੰਦਰੋਂ ਦਿਲ ਦੀ ਸਫਾਈ ਵਾਲਾ ਰੂਪ ਬਣਾ, ਬਾਹਰਲੇ ਰੂਪ 'ਚ ਨਾ ਐਵੇਂ ਉਲਝਿਆ ਰਹਿ। ਕਿਉਂਕਿ ਜਦੋਂ ਤੂੰ ਚੱਲਿਆ ਨਾ ਪਰਲੋਕ ਨੂੰ, ਫਿਰ ਤੇਰਾ ਅੰਦਰਲਾ ਜਿਹੜਾ ਸਰੂਪ ਹੈ ਨਾ, ਫਿਰ ਤਾਂ ਦਿਸੈ ਖਰਾ ਡਰਾਵਣਾ। ਅਤਿਅੰਤ ਹੀ ਬੜਾ ਜ਼ਿਆਦਾ ਡਰਾਉਣਾ ਤੇਰਾ ਜਿਹੜਾ ਨਾ ਉਹ ਸਰੂਪ ਦਿਸੇਗਾ, ਬਹੁਤਾ ਹੀ ਜ਼ਿਆਦਾ ਭਿਆਨਕ ਹੋਵੇਗਾ, ਭੈਦਾਇਕ ਹੋਵੇਗਾ। ਤੂੰ ਹੀ ਵੇਖ ਵੇਖ ਕੇ ਡਰੇਗਾ। ਇਹੋ ਜਿਹਾ ਉਹ ਭਿਆਨਕ ਡਰਾਉਣਾ ਸਰੂਪ ਹੋਵੇਗਾ। ਕਰ ਔਗਣ ਪਛੋਤਾਵਣਾ। ਸਤਿਗੁਰੂ ਜੀ ਕਹਿੰਦੇ ਭਾਈ ਕਰਕੇ ਅਵਗਣ, ਕਦੇ ਜਿਹੜੇ ਔਗਣ ਕਰਨ ਵਾਲੇ ਐ ਉਹਨਾਂ ਨੂੰ ਵੀ ਸੁੱਖ ਨਹੀਂ ਰਹਿੰਦਾ, ਪਛਤਾਵਾ ਹੀ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ,
ਇਹੋ ਜਿਹਾ ਕੰਮ ਤਾਂ ਮੂਲੋਂ ਹੀ ਨਹੀਂ ਕਰਨਾ ਚਾਹੀਦਾ ਜਿਤ ਅੰਤ ਪਛੋਤਾਈ ਹੈ, ਜਿਸ ਕਰਕੇ ਅੰਤ ਨੂੰ ਪਛਤਾਵਾ ਗਲ ਪਵੇ। ਇਸ ਕਰਕੇ ਮਹਾਰਾਜ ਕਹਿੰਦੇ ਕਰ ਅਵਗਣ ਪਛੋਤਾਵਣਾ, ਅਵਗਣ ਕਰ ਕਰਕੇ ਪਛਤਾਵਾ ਹੀ ਪੱਲੇ ਪੈਂਦਾ ਹੈ। ਉਦੋਂ ਪਹਿਲਾਂ ਤਾਂ ਨਹੀਂ ਸੋਚਦਾ ਮਨੁੱਖ, ਜਦੋਂ ਸਾਧ ਸੰਗਤ ਜੀ ਪਰਲੋਕ ਨੂੰ ਤੁਰਦਾ ਨਾ, ਇਹ ਦੇਹ ਛੁੱਟਦੀ ਹੈ, ਉਸ ਸਮੇਂ ਜਿਹੜੇ ਅਵਗਣ ਕੀਤੇ ਹੁੰਦੇ ਨੇ ਸਰੀਰ ਦੇ ਵਿੱਚ ਰਹਿ ਕਰਕੇ, ਉਸ ਸਮੇਂ ਬਾਹਲਾ ਹੀ ਪਛਤਾਵਾ ਲੱਗਦਾ ਹੈ ਵੀ ਮਨਾ ਇੰਨੇ ਅਵਗਣ ਕਾਹਨੂੰ ਕਰਨੇ ਸੀ, ਇੰਨਾ ਪਾਪ ਕਿਉਂ ਕਰਨਾ ਸੀ, ਵੇਖ ਹੁਣ ਤੈਨੂੰ ਸਜ਼ਾਵਾਂ ਸਹਾਰਨੀਆਂ ਪੈਣਗੀਆਂ। ਫਿਰ ਇਹ ਪਛਤਾਉਂਦਾ ਹੈ ਬਹੁਤ ਜ਼ਿਆਦਾ। ਇਹ ਸਾਧ ਸੰਗਤ ਜੀ ਕਿੱਡਾ ਕੁ ਪਛੋਤਾਵਾ ਹੁੰਦਾ ਹੈ। ਇੱਥੇ ਜਾਣੋ ਕਿ ਜੀਵ ਦਾ ਸਭ ਕੁਝ ਲੁੱਟਿਆ ਪੁੱਟਿਆ ਜਾਵੇ, ਸਭ ਕੁਝ ਨੁਕਸਾਨ ਹੋ ਜਾਵੇ ਤੇ ਪਛਤਾਵਾ ਕਰਦੇ ਨਾ ਸੰਸਾਰੀ ਜੀਵ, ਕਿੱਡਾ ਪਛਤਾਵਾ ਕਰਦੇ ਆ। ਪਰ ਮਹਾਰਾਜ ਜੀ ਕਹਿੰਦੇ ਇਹ ਪਛਤਾਵਾ ਤਾਂ ਬੂੰਦ ਮਾਤਰ ਹੈ, ਉਹ ਤੇਰਾ ਮਨੁੱਖਾ ਜਨਮ ਹੀ ਚਲੇ ਜਾਣਾ ਹੈ। ਤੇਰੀ ਦੇਹ ਜਿਸ ਕਾਰਜ ਵਾਸਤੇ ਮਿਲੀ ਹੈ, ਤੇਰੇ ਸਵਾਸ ਜਿਸ ਕਾਰਜ ਵਾਸਤੇ ਮਿਲੇ ਹੈ, ਜਦੋਂ ਤੇਰੇ ਹੱਥ ਵਿੱਚ ਉਹ ਨਹੀਂ ਨਾ ਹੋਣੇ, ਫਿਰ ਤੂੰ ਚਾਹਣਾ ਕਿ ਮੈਨੂੰ ਦੇਹ ਮਿਲੇ, ਮੈਨੂੰ ਸਵਾਸ ਮਿਲੇ, ਪਰ ਇਹ ਤੇਰੇ ਆਪਣੇ ਵੱਸ ਨਹੀਂ ਹੈ। ਇਸ ਕਰਕੇ ਫਿਰ ਤੈਨੂੰ ਪਛਤਾਵਾ ਲੱਗਣਾ ਬਹੁਤ ਜ਼ਿਆਦਾ, ਐਡਾ ਪਛਤਾਵਾ ਕਿ ਫਿਰ ਝੂਰੇਗਾ ਮੂੰਡ ਧੁਨੇ ਪਛਤਾਈ ਹੈ। ਜਿਵੇਂ ਕੋਈ ਨੂੰ ਬਹੁਤ ਜ਼ਿਆਦਾ ਕਿਸੇ ਦਾ ਨੁਕਸਾਨ ਹੋ ਜਾਏ ਤੇ ਸਿਰ ਮਾਰ ਕੇ ਕਹਿੰਦੇ ਉਹ ਲੁੱਟੇ ਗਏ। ਮਹਾਰਾਜ ਕਹਿੰਦੇ ਉਸ ਸਮੇਂ ਫਿਰ ਮੂੰਡ ਧੁਨੇ ਸਿਰ ਹਿਲਾ ਹਿਲਾ ਕੇ ਕਹੇਗਾ ਉਹ ਲੁੱਟਿਆ ਗਿਆ, ਮੈਂ ਬਰਬਾਦ ਹੋ ਗਿਆ। ਇਹ ਮਹਾਰਾਜ ਜੀ ਕਹਿੰਦੇ ਔਗਣਾ ਕਰਕੇ ਫਿਰ ਪਛਤਾਵਾ ਹੀ ਪੱਲੇ ਪੈਂਦਾ ਹੈ। ਇਹ ਸਤਿਗੁਰਾਂ ਜੀ ਨੇ ਮਿਹਰ ਕੀਤੀ ਹੈ। 14ਵਾਂ ਸ਼ਲੋਕ ਸੰਪੂਰਨ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਹਜੂਰ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਅਵਗੁਣ ਪਛੋਤਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ